ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤਿ ਧਿਆਨ ਹਿਰਦੈ ਮੈਂ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰਹਤ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰਾ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰਮਾਤ, ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਬੜ ਅਗੀ, ਪਾਵ ਹੈ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਸੰਤ ਸੰਗਤ ਰਾਮ ਹਿਰਦੈ ਵਸਾਈ, ਰਹਾਉ ਹਨੂਮਾਨ ਸਰ ਗਰੜ ਸਮਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪ੍ਰਾਨਾ। ਕਮਲਾ ਪਤ ਕਵਲਾ ਨਹੀਂ ਜਾਨਾ, ਕਹ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹੈ ਸਰਨਾਹੀ, ਕਹ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹੈ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰੁਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਪ੍ਰਬੰਧਕਾਂ ਦੇ ਸੱਚੇ ਪ੍ਰਬੰਧ ਨੂੰ ਮੁੱਖ ਰੱਖਦਿਆਂ ਹੋਇਆਂ, ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਦੀਵਾਨ ਸਜੇ ਹਨ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼ ਹੋਏ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦਵਾਰ ਦਾ ਕੀਰਤਨ ਹਰ ਜਸ, ਔਰ ਇਸੇ ਪ੍ਰਕਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਰੱਖੇ ਹੋਏ ਪ੍ਰੇਮੀਆਂ ਵੱਲੋਂ ਪਾਠਾਂ ਦੇ, ਸੱਤਾਂ ਪਾਠਾਂ ਦੇ ਭੋਗ ਪਾਏ ਗਏ ਹਨ ਅਤੇ 8 ਪਾਠ ਹੋਰ ਆਰੰਭ ਕੀਤੇ ਗਏ ਹਨ। ਸੰਗਤਾਂ ਦੇ ਮਨਾਂ ਵਿੱਚ ਕਿਤਨਾ ਵੱਡਾ ਉਤਸ਼ਾਹ ਔਰ ਪਿਆਰ ਹੈ, ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਬਸੈ ਮਨ ਆਏ। ਦੁਨਿਆਵੀ 6 ਪ੍ਰਕਾਰ ਦੀਆਂ ਜੋਤੀਆਂ ਹਨ। ਸੂਰਜ ਹੈ, ਚੰਦਰਮਾ ਹੈ, ਤਾਰੇ ਹਨ, ਬਿਜਲੀ ਹੈ, ਅੱਗ ਹੈ। ਬੁੱਧੀ ਨੂੰ ਵੀ ਇੱਕ ਜੋਤੀ ਮੰਨਿਆ, ਕਈ ਟਣਾਣੇ ਨੂੰ ਵੀ ਯੁਗ ਨੂੰ ਕਹਿ ਦਿੰਦੇ ਆ, ਮੰਨਦੇ ਹਨ। ਪਰ ਸਾਧ ਸੰਗ ਜੇ ਇਹ ਸਾਰੀਆਂ ਪਰਤੇ ਪ੍ਰਕਾਸ਼ ਹੈ।
ਦੂਸਰੇ ਦੇ ਆਸਰੇ ਦੁਆਰਾ ਇਹ ਪ੍ਰਕਾਸ਼ ਕਰ ਰਹੇ ਹੈ। ਜਿਹੜੀ ਗੁਰੂ ਨਿਰੰਕਾਰ ਦੀ ਜੋਤੀ ਹੈ ਉਹ ਆਪਣੇ ਆਪ ਪ੍ਰਕਾਸ਼ ਰੂਪ ਹੈ, ਕਿਉਂਕਿ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, तसै भाषा सर्व बिनु भवाती। उसी के प्रकाश करके सब में प्रकाश हो रहा है, क्योंकि जिहड़ा निरंकार परमेश्वर है, साडा शरीर जड़ है, इहदे अंदर जिहड़ी परमात्मा की चेतन शक्ति आत्मा है, उहदे द्वारा ही असीं सारी क्रिया कर करा रहे हैं। इस करके उहदी जिहड़ी आत्मक सत्ता है, ਇਹਦੇ ਦੁਆਰਾ ਇਹ ਸਾਰਾ ਜਿੰਨੇ ਬ੍ਰਹਿਮੰਡ ਖੰਡ ਅੰਡ ਪਿੰਡ ਸਰੀਰ ਕਿਰਿਆ ਚੱਲ ਰਹੀ ਹੈ, ਉਹਦੀ ਇਹ ਸੱਤਾ ਸਪੁਰਤੀ ਦੁਆਰਾ ਹੀ ਸਾਰਾ ਕੁਝ ਹੋ ਰਿਹਾ ਹੈ। ਸੋ ਗੁਰਸਿੱਖਾਂ ਦੇ ਅੰਦਰ ਮਹਾਰਾਜ ਨੇ ਬਾਣੀ ਨਾਲ ਕਿੰਨਾ ਪਿਆਰ, ਕਿੰਨੀ ਸ਼ਰਧਾ ਭਗਤੀ ਬਖਸ਼ਿਸ਼ ਕੀਤੀ ਹੈ। ਜਦੋਂ ਦਾਸ ਇੱਧਰ ਆ ਰਹੇ ਸੀ, ਸੜਕਾਂ ਦੇ ਉੱਤੇ ਫੀਤੇ ਬਣ ਕੇ ਬੜੀ ਪਾਰਟੀਸ਼ਨ ਕੀਤੀ ਹੋਈ ਸੀ। ਮੈਂ ਪੁੱਛਿਆ ਵੀ ਕੀ ਕਾਰਨ ਹੈ, ਤੇ ਸਿੰਘਾਂ ਨੇ ਦੱਸਿਆ ਕਿ ਇੱਥੇ ਦਾ ਜਿਹੜਾ ਨਗਰ ਕੀਰਤਨ ਆ, ਜਿਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਖਾਲਸੇ ਦਾ ਬੜਾ ਭਾਰੀ ਇਕੱਠ ਜੋੜ ਮੇਲਾ ਹੁੰਦਾ ਹੈ, ਥਾਂ ਥਾਂ ਲੰਗਰ ਛਬੀਲਾਂ ਸਟਾਲ ਲਾਏ ਜਾਂਦੇ ਹਨ। ਇਸੇ ਤਰ੍ਹਾਂ ਇਹ ਯੂਬਾ ਸਿਟੀ ਦੇ ਅੰਦਰ ਖਾਲਸੇ ਪੰਥ ਵੱਲੋਂ ਇੱਕ ਬਹੁਤ ਵੱਡਾ ਮਹਾਨ ਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਨੰਦੇੜ ਦੀ ਧਰਤੀ 'ਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਉਸ ਪਵਿੱਤਰ ਗੁਰਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਹੁੰਦਾ ਹੈ। ਤੇ ਇੱਥੇ ਜਿਵੇਂ ਸ਼੍ਰੀ ਅਨੰਦਪੁਰ ਸਾਹਿਬ ਬਾਜ਼ਾਰ ਬਣਦੇ ਹਨ, ਥਾਂ ਥਾਂ ਲੰਗਰ ਲੱਗਦੇ ਹਨ, ਇਸੇ ਤਰ੍ਹਾਂ ਸੰਗਤਾਂ ਦਾ ਇਹ ਬੜਾ ਭਾਰੀ ਉਤਸ਼ਾਹ ਅਤੇ ਜੋੜ ਮੇਲਾ ਹੁੰਦਾ ਹੈ, ਜਿਹਦੇ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਸੰਗਤਾਂ ਤੇ ਆਉਂਦੀਆਂ ਹੀ ਹਨ। ਦੂਸਰੇ ਧਰਮਾਂ ਦੇ ਜਿਹੜੇ ਲੋਕ ਹਨ ਉਹ ਵੀ ਆ ਕੇ ਇਸ ਅਗੰਮੀ ਦ੍ਰਿਸ਼ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੁੰਦੇ ਹਨ। ਉਹਨਾਂ ਦੇ ਮਨਾਂ ਦੇ ਉੱਤੇ ਵੀ ਕਲਗੀਧਰ ਪਾਤਸ਼ਾਹ ਦੀ ਬੜੀ ਕਿਰਪਾ ਵਾਲੀ ਦ੍ਰਿਸ਼ਟੀ ਪੈਂਦੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਖਾਲਸੇ ਪੰਥ ਨੂੰ ਬਖਸ਼ਾਂ ਕੀਤੀਆਂ। ਸਾਡੇ ਬਜ਼ੁਰਗ ਪਰਦੇਸਾਂ ਵਿੱਚ ਆਏ, ਭਾਵੇਂ ਉਸ ਵੇਲੇ ਉਹਨਾਂ ਨੂੰ ਇੱਥੋਂ ਦੀ ਬੋਲੀ ਨਹੀਂ ਸੀ ਆਉਂਦੀ, ਇਸ਼ਾਰਿਆਂ ਨਾਲ ਕੰਮ ਕਰਦੇ ਸੀ। ਸਰਦਾਰ ਜਵਾਲਾ ਸਿੰਘ, ਸੰਤ ਬਾਬਾ ਬਸਾਖਾ ਸਿੰਘ ਜੀ ਕਿੰਨੀਆਂ ਮੁਸ਼ਕਲਾਂ ਵਿੱਚ ਗੋਰਿਆਂ ਦੇ ਨਾਂ ਤੇ ਫਾਰਮ ਖਰੀਦ ਕੇ ਕਿੰਨੇ ਸੰਕਟਾਂ ਵਿੱਚ ਉਹਨਾਂ ਮਹਾਂਪੁਰਖਾਂ ਨੇ ਆਪਣੀ ਕੌਮ ਨੂੰ ਇਹਨਾਂ ਦੇਸ਼ਾਂ ਵਿੱਚ ਸੈਟਲ ਕਰਨ ਵਾਸਤੇ ਬੜੇ ਬੜੇ ਜਫਰ ਜਾਲੇ ਕਿ ਅੱਜ ਉਹਨਾਂ ਮਹਾਂਪੁਰਖਾਂ ਦੀਆਂ ਇਹ ਕੁਰਬਾਨੀਆਂ ਦਾ ਫਲ ਹੈ। ਇੱਥੋਂ ਹੀ ਗਦਰ ਪਾਰਟੀ ਜਾਂ ਹੋਰ ਕਿੰਨਾ ਕੁਛ ਇਹ ਸਾਰਾ ਕੁਝ ਹੋਇਆ। ਆਪ ਸਾਰੇ ਭਲੀ ਭਾਂਤ ਜਾਣੂ ਹੋ। ਤੇ ਅੱਜ ਸਾਧ ਜਦੋਂ ਇੱਥੇ ਆਈਦਾ ਹੈ ਤੇ ਐਵੇਂ ਲੱਗਦਾ ਹੈ ਕਿ ਦੂਸਰਾ ਪੰਜਾਬ ਇਸ ਧਰਤੀ ਉੱਤੇ ਆ ਕੇ ਵਸ ਗਿਆ ਹੈ। ਇਹ ਸਾਰੀ ਦੇਣ, ਇਹ ਸਾਰੀ ਕਿਰਪਾ ਜਿੱਥੇ ਵੀ ਸਿੰਘ ਗਏ ਆ, ਉਹਨਾਂ ਨੇ ਆਪਣੇ ਘਰ ਬਣਾਉਣ ਦੀ ਬਾਅਦ ਵਿੱਚ ਸੋਚੀ ਹੈ। ਪਹਿਲਾਂ ਗੁਰੂ ਕੇ ਨਿਸ਼ਾਨ ਚਲਾਏ, ਗੁਰਦੁਆਰਾ ਸਾਹਿਬ ਬਣਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕੀਤੇ, ਨਿਤਨੇਮ ਪਾਠ ਕੀਰਤਨ ਸੰਗਤ ਪੰਗਤ ਦੀ ਜਿਹੜੀ ਮਰਜ਼ਾਦਾ ਸੀ ਕਾਇਮ ਕੀਤੀ। ਸਤਿਗੁਰੂ ਦੀਆਂ ਬਖਸ਼ਾਂ ਲੈਣ ਵਾਸਤੇ ਅੱਜ ਵੀ ਗੁਰਸਿੱਖ ਭਾਵੇਂ ਦੇਸਾਂ ਪਰਦੇਸਾਂ ਕਿਤੇ ਵੀ ਹੈ, ਸੱਚੇ ਪਾਤਸ਼ਾਹ ਸਾਨੂੰ ਐਸਾ ਗੁਰੂ ਬਖਸ਼ਿਸ਼ ਕਰਕੇ ਗਏ ਹੈ ਜਿਹੜਾ ਕਿ ਹਰ ਜਗ੍ਹਾ ਹਾਜ਼ਰ ਹੈ ਔਰ ਮੌਜੂਦ ਹੈ। ਉਹ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਿਉਂਕਿ ਸਰੀਰ ਇੱਕ ਜਗ੍ਹਾ ਹੈ, ਦੂਸਰੀ ਜਗ੍ਹਾ ਨਹੀਂ। ਜਿਹੜਾ ਸ਼ਬਦ ਹੈ, ਸ਼ਬਦ ਦੀਪਕ ਵਰਤੈ ਤੇ ਹਲੋਏ, ਇਹ ਸ਼ਬਦ ਰੂਪੀ ਦੀਵਾ ਜਿਹੜਾ ਇਹਦਾ ਪ੍ਰਕਾਸ਼ ਤਿੰਨਾਂ ਲੋਕਾਂ 14 ਭਵਨਾਂ 'ਚ ਖੰਡਾਂ ਬ੍ਰਹਮੰਡਾਂ ਵਿੱਚ ਚਾਰ ਚੁਫੇਰੇ ਫੈਲ ਰਿਹਾ ਹੈ। ਅੱਜ ਦੁਨੀਆ ਦੇ ਲੋਕ ਇਸ ਗੱਲ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੁੰਦੇ ਹੈ
ਕਿ ਸਿੱਖਾਂ ਨੂੰ ਇੰਨੀ ਪਾਵਰ ਤੇ ਸ਼ਕਤੀ ਦੇਣ ਵਾਲੀ ਜੇ ਕੋਈ ਵਸਤੂ ਹੈ ਉਹ ਇੱਕੋ ਇੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ। ਇਸ ਵਾਸਤੇ ਮਹਾਰਾਜ ਨੇ ਡਾਂਕੇ ਦੀ ਚੋਟ ਨਾਲ ਕਿਹਾ ਸੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ, ਪੋਥੀ ਪਰਮੇਸ਼ਰ ਕਾ ਥਾਨ। ਤੇ ਧੰਨ ਗੁਰੂ ਅਰਜਨ ਸਾਹਿਬ ਨੇ ਪੋਥੀਆਂ ਦੇ ਸਰੂਪ ਜੋ ਗੁਰਬਾਣੀ ਸੀ ਉਸ ਨੂੰ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਣ ਦੀ ਸੇਵਾ ਦਿੱਤੀ ਤੇ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸੰਤਾਂ ਭਗਤਾਂ ਦੀ ਆਪਣੀ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕਰਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਅਤੇ ਅਖੰਡ ਕੀਰਤਨ ਦੀ ਜਿਹੜੀ ਮਰਜ਼ਾਦਾ ਸੀ ਤਥਾ ਬਾਕੀ ਸਾਰੀਆਂ ਮਰਜ਼ਾਦਾ ਪਾਤਸ਼ਾਹ ਨੇ ਆਰੰਭ ਕੀਤੀਆਂ। ਚੌਰ ਤਖਤ ਦੇ ਮਾਲਕ ਬਣਾਇਆ ਤੇ ਆਪ ਮਹਾਰਾਜ ਦੇ ਚਰਨਾਂ ਵਿੱਚ ਹੀ ਬਿਰਾਜਦੇ ਰਹੇ, ਕਿਉਂਕਿ ਗੱਦੀ ਤਾਂ ਉਸੇ ਦਿਨ ਹੀ ਦੇਤੀ ਜਦੋਂ ਹਰਿਮੰਦਰ ਸਾਹਿਬ ਪ੍ਰਕਾਸ਼ ਕਰ ਦਿੱਤਾ। ਤੇ ਹਜ਼ੂਰ ਸਾਹਿਬ ਮਹਾਰਾਜ ਨੇ ਜੋ ਸਾਡੇ ਬਜ਼ੁਰਗ ਸਤਿਗੁਰਾਂ ਨੇ ਹੁਕਮ ਕੀਤਾ ਸੀ ਉਸੇ ਤੇ ਫੁੱਲ ਚੜਾਏ। ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੌਵੇਂ ਪਾਤਸ਼ਾਹ ਦੀ ਬਾਣੀ ਪਹਿਲਾ ਸਰੂਪ ਜੋ ਮਹਾਰਾਜ ਨੇ ਤਿਆਰ ਕਰਾਇਆ, ਅੱਜ ਜੋ ਕਰਤਾਰਪੁਰ ਦੁਆਬੇ ਵਾਲੇ ਧੀਰਮਲੀਆਂ ਦੇ ਪਰਿਵਾਰ ਦੇ ਪਾਸ ਮੌਜੂਦ ਹੈ। ਦਾਸ ਨੇ ਦਰਸ਼ਨ ਕੀਤੇ ਹੈ ਤੇ ਪ੍ਰਕਾਸ਼ ਵੀ ਆਪ ਕੀਤਾ, ਸੋਖਾਸਣ ਵੀ ਤੇ ਕਥਾ ਵੀ ਕੀਤੀ ਸੀ, ਸੋ ਉਦੋਂ ਦਰਸ਼ਨ ਕੀਤੇ ਹੈ। ਦੂਆ ਸਰੂਪ ਭਾਈ ਬੰਨੋ ਜੀ ਨੇ ਤੋਂ ਅਤਾਰਾ ਕਰਕੇ ਤਿਆਰ ਕੀਤਾ ਸੀ, ਜਿਹਦੇ ਵਿੱਚ ਜਿਸ ਤਰ੍ਹਾਂ ਛਾੜ ਮਨ ਹਰ ਬਮੁਖਨ ਕੋ ਸੰਗ, ਇਹ ਸ਼ਬਦ ਪੂਰਾ ਬੰਨੋ ਵਾਲੀ ਪੀੜ 'ਚ ਹੈ। ਹੋਰ ਸ਼ਬਦ ਵੀ ਤੇ ਮਹਾਰਾਜ ਨੇ ਕਿਹਾ ਭਾਈ ਬੰਨੋ ਤੂੰ ਇਹਦੇ ਸ਼ਿਕਾਰ ਪਾ ਦਿੱਤੀ ਹੈ। ਤੇ ਤੀਸਰਾ ਸਰੂਪ ਦਮਦਮਾ ਸਾਬੋ ਕੀ ਤਲਵੰਡੀ ਦਸਮ ਪਾਤਸ਼ਾਹ ਨੇ ਆਪਣੇ ਕੰਠੋਂ ਬਾਣੀ ਉਚਾਰ ਕੇ ਭਾਈ ਮਨੀ ਸਿੰਘ ਸਾਹਿਬ ਨੇ ਉਹ ਸਾਰਾ ਸਰੂਪ ਲਿਖਿਆ ਤੇ ਕਥਾ ਕੀਤੀ। ਔਰ ਉੱਥੋਂ ਮਹਾਰਾਜ ਨੇ ਵਿਦਿਆ ਦੀਆਂ, ਬ੍ਰਹਮ ਵਿਦਿਆ ਦੀਆਂ ਜਿਹੜੀਆਂ ਸੰਪਰਦਾਵਾਂ ਸਨ ਉਹ ਚਲਾਈਆਂ, ਜੋ ਸੀਨੇ ਸੀਨੇ ਅੱਜ ਵੀ ਵਾਰਤ ਚੱਲੇ ਆ ਰਹੇ ਹਨ। ਤੇ ਜਦੋਂ ਹਜ਼ੂਰ ਸਾਹਿਬ ਗਏ ਹੈ ਤੇ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ 4 ਦਿਨ ਪਹਿਲਾਂ ਜਦੋਂ ਗੁਰਸਿੱਖਾਂ ਨੇ ਦੇਖਿਆ ਕਿ ਮਹਾਰਾਜ ਹੁਣ ਸੰਸਾਰ ਤੋਂ ਜਾਣਾ ਚਾਹੁੰਦੇ ਆ ਤੇ ਬਚਨ ਵੀ ਇਸ ਤਰ੍ਹਾਂ ਕਰਦੇ ਆ, ਤਨ ਸਨੇ ਝੂਠਾ ਸਭ ਜਾਨੋ, ਇਨ ਦੇਨ ਕੀ ਕਿਆ ਵਡਾਈ, ਜਿਉਂ ਸਲਤਾ ਮੈਂ ਜਲ ਵਹਿ ਜਾਈ। ਤੇ ਗੁਰਸਿੱਖੋ ਸਰੀਰਾਂ ਦਾ ਪਿਆਰ ਝੂਠਾ ਹੈ, ਜਿਵੇਂ ਦਰਿਆ ਦਾ ਪਾਣੀ ਲਹਿਰਾਂ ਜਾਈ ਜਾਂਦੀਆਂ ਇਸੇ ਤਰ੍ਹਾਂ ਹੀ ਇਹ ਸਰੀਰ ਨਾਲ ਪਿਆਰ ਨਹੀਂ ਕਰਨਾ ਤੇ ਸਾਡੇ ਸ਼ਬਦ ਨਾਲ, ਆਤਮਾ ਨਾਲ ਪਿਆਰ ਕਰਨਾ। ਉਸ ਵੇਲੇ ਗੁਰਸਿੱਖਾਂ ਸਿਆਣਿਆਂ ਨੇ ਭਾਂਪ ਲਿਆ ਕਿ ਮਹਾਰਾਜ ਹੁਣ ਸਾਨੂੰ ਪ੍ਰਦੇਸ਼ ਵਿੱਚ ਛੱਡ ਕੇ ਇਕੱਲਿਆਂ ਸੱਚਖੰਡ ਜਾਣਾ ਚਾਹੁੰਦੇ ਹਨ। ਉਸ ਵੇਲੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਅੱਗੇ ਇੱਕ ਗੁਰੂ ਦੂਏ ਗੁਰੂ ਦੇ ਲੜ ਲਾ ਕੇ ਜਾਂਦੇ ਸੀ ਤੇ ਸਾਨੂੰ ਹੁਣ ਤੁਸੀਂ ਇਸ ਤਰ੍ਹਾਂ ਪ੍ਰਦੇਸ਼ ਛੱਡ ਕੇ ਜਾ ਰਹੇ ਹੋ, ਇਹਦੇ ਲੜ ਲਾ ਕੇ ਚੱਲੇ ਹੋ, ਸਾਡਾ ਕਿਸ ਤਰ੍ਹਾਂ ਜੀਵਨ ਚੱਲੇਗਾ। ਉਸ ਵੇਲੇ ਮਹਾਰਾਜ ਨੇ ਕਿਹਾ ਅਸੀਂ ਤੁਹਾਨੂੰ ਉਸ ਗੁਰੂ ਦੇ ਲੜ ਲਾਉਣ ਲੱਗੇ ਹਾਂ ਜਿਹੜਾ ਸਦਾ ਹੀ ਰਹੇਗਾ। ਮੇਰੇ ਤੋਂ ਪਹਿਲਾਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਗਿਆਨੀ ਜੀ ਨੇ ਵੀ ਇਹਦੇ ਬਾਰੇ ਬਚਨ ਦੱਸੇ ਹੈ ਕਿ ਅੰਤ ਸਮੇਂ ਮਹਾਰਾਜ ਨੇ ਜੋ ਬਚਨ ਕਹੇ। ਨਰਵਦ ਸਿੰਘ ਭੱਟ ਜਿਹੜਾ ਸੀ ਉਸ ਨੇ ਆਪਣੀ ਬਹੀ ਦੇ ਵਿੱਚ ਉਹ ਸ਼ਬਦ ਸਾਰੇ ਲਿਖੇ ਹੋਏ ਹੈ ਕਿ ਭਾਈ ਦਇਆ ਸਿੰਘ ਕੋ ਹੁਕਮ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਓ। ਉਸ ਵੇਲੇ ਮਹਾਰਾਜ ਨੇ ਜਿਵੇਂ ਪਹਿਲੇ ਗੁਰੂ 5 ਪਹਿਨ ਲਈ ਰੱਖ ਕੇ 4 ਪਰਕਰਮਾਂ ਕਰਕੇ ਨਮਸਕਾਰ ਕਰਦੇ ਸਨ ਤੇ ਸਤਿਗੁਰਾਂ ਨੇ ਇਹ ਗੁਰਤਾ ਗੱਦੀ ਦੀ ਜਿਹੜੀ ਰਸਮ ਮਰਜ਼ਾਦਾ ਸੀ ਉਹ ਸਾਰੀ ਕੀਤੀ। ਤੇ ਉਦੋਂ ਇਹ ਦੋਹਰੇ ਪੜ੍ਹੇ ਸੀ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਫਿਰ ਮਹਾਰਾਜ ਨੇ 4 ਦਿਨ ਤੋਂ ਬਾਅਦ ਫਿਰ ਉੱਥੇ ਆਪਣਾ ਸੱਚਖੰਡ ਪਿਆਨਾ ਕੀਤਾ। ਗੁਰਸੋਭਾ ਗ੍ਰੰਥ ਦੇ ਵਿੱਚ ਉਹ ਬਚਨ ਲਿਖੇ ਹੋਏ ਹਨ, ਕਿਤੇ ਦਿਵਸ ਬੀਤੇ ਸਮਾਂ ਅੰਤ ਆਇਓ। ਕਹਿੰਦੇ ਕੁਝ ਦਿਨ ਬੀਤ ਗਏ,
ਮਹਾਰਾਜ ਦੇ ਸੱਚਖੰਡ ਜਾਣ ਦਾ ਸਮਾਂ ਆ ਗਿਆ। ਕਿਤੇ ਦਿਵਸ ਬੀਤੇ ਸਮਾਂ ਅੰਤ ਆਇਓ, ਕਰੋ ਬੇਗ ਪ੍ਰਸ਼ਾਦ ਐਸੇ ਬਤਾਇਓ। ਪਾਤਸ਼ਾਹ ਕਹਿਣ ਲੱਗੇ ਖੁੱਲਾ ਕੜਾ ਪ੍ਰਸ਼ਾਦ ਦੀ ਦੇਗ ਸਜਾਉਣਾ ਕਰੋ। ਇਸ ਤਰ੍ਹਾਂ ਪਾਤਸ਼ਾਹ ਨੇ ਹੁਕਮ ਬਖਸ਼ਿਸ਼ ਕੀਤਾ। ਕਛੂ ਭੋਜਨੰ ਖਾਏ ਕੈ ਨੀਰ ਪੀਨਾ। ਭਾਈ ਸੈਨਾਪਤੀ ਜੀ ਜਿਨ੍ਹਾਂ ਨੇ ਚਾਣਕ ਨੀਤੀ ਦਾ ਅਨੁਵਾਦ ਵੀ ਕੀਤਾ ਹੈ, 52 ਕਵੀਆਂ ਵਿੱਚ ਕਵੀ ਸਨ ਮਹਾਰਾਜ ਦੇ, ਔਰ ਗੁਰਸੋਭਾ ਗ੍ਰੰਥ ਉਹਨਾਂ ਨੇ ਲਿਖਿਆ ਹੈ। ਉਹਦੇ ਚ ਲਿਖਦੇ ਹਨ ਕਛੂ ਭੋਜਨੰ ਖਾਏ ਕੈ ਨੀਰ ਪੀਨਾ, ਕਿ ਮਹਾਰਾਜ ਨੇ ਸੰਗਤ ਪੰਗ ਚ ਬਹਿ ਕੇ ਕੁਝ ਭੋਜਨ ਵੀ ਛਕਿਆ ਅਤੇ ਜਲ ਵੀ ਛਕਿਆ ਹੈ। ਭਰੋਸਾ ਸਭਨ ਕੋ ਭਲੀ ਭਾਂਤ ਦੀਨਾ, ਸਾਰੀ ਸੰਗਤ ਨੂੰ ਭਰੋਸਾ ਦਿੱਤਾ ਕਿ ਅਸੀਂ ਆਤਮਾ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ, ਸਰੀਰ ਕਰਕੇ ਪੰਥ ਵਿੱਚ ਵਰਤਾਂਗੇ ਤੇ ਤੁਸੀਂ ਕੋਈ ਬਰਲਾਪ ਨਹੀਂ ਕਰਨਾ। ਜਿੱਥੇ ਵੀ ਯਾਦ ਕਰੋਗੇ ਅਸੀਂ ਉੱਥੇ ਹੀ ਹਾਜ਼ਰ ਹੋਵਾਂਗੇ। ਭਰੋਸਾ ਸਭਨ ਕੋ ਭਲੀ ਭਾਂਤ ਦੀਨਾ, ਰਾਈ ਅਰਧ ਰਾਤੰ ਘਰੀ ਚਾਰ ਔਰੇ। ਕਹਿੰਦੇ ਅੱਧੀ ਰਾਤ ਬੀਤ ਗਈ ਸੀ, 4 ਘੜੀਆਂ ਉੱਪਰ ਜਾਣ ਲਓ ਤੇ ਇੱਕ ਘੜੀ ਜਿਹੜੀ 24 ਮਿੰਟ ਦੀ, 24 ਚੌਕ 96 ਬਣ ਗਏ ਤੇ ਇਹ ਬਣ ਗਿਆ 1:36 ਦੇ ਉੱਤੇ ਗੁਰੂ ਮਹਾਰਾਜ ਨੇ ਸੱਚਖੰਡ ਜਾਣ ਦਾ ਇਹ ਕੌਤਕ ਵਰਤਾਇਆ। ਕਛੂ ਭੋਜਨੰ ਖਾਏ ਕੈ ਨੀਰ ਪੀਨਾ, ਭਰੋਸਾ ਸਭਨ ਕੋ ਭਲੀ ਭਾਂਤ ਦੀਨਾ। ਰਾਈ ਅਰਧ ਰਾਤੰ ਘਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਸ਼ਬਦ ਰੂਪ ਹੋਵੇ ਸੰਦੇਹ ਹੀ ਅਲੋਪ ਹੋਵੇ। ਘੋੜਾ ਵੀ ਬਾਜ ਵੀ ਨਾਲੇ, ਉਹ ਘੋੜਾ ਵੀ ਸ਼ਬਦ ਰੂਪ ਹੈ, ਬਾਜ ਵੀ ਸ਼ਬਦ ਰੂਪ ਹੈ। ਭਰੋਸਾ ਸਭਨ ਕੋ ਭਲੀ ਭਾਂਤ ਦੀਨਾ, ਰਾਈ ਅਰਧ ਰਾਤੰ ਘਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਪੁੱਤ ਕਰਤਾਰਪੁਰ ਸਾਹਿਬ ਸੁਲਤਾਨਪੁਰ ਲੋਧੀ ਵੀ ਜੋਤੀ ਜੋਤ ਸਮਾਉਣ ਦਾ ਦਿਨ ਮਨਾਇਆ। ਦਾਸ ਇੱਥੇ ਆਏ ਸੀ। ਗੁਰਦੁਆਰੇ ਅਲਸਬਰਾਂਟੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ। ਸੰਗਤਾਂ ਨੇ ਬੜੀ ਉਤਸ਼ਾਹ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਦਿਨ ਮਨਾਇਆ ਹੈ। ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੰਦੇਹ ਹੀ ਅਲੋਪ ਹੋ ਗਏ ਤੇ ਗੁਰੂ ਨਾਨਕ ਗੋਬਿੰਦ ਰੂਪ ਇੱਕੋ ਹੀ ਜੋਤ ਹੈ, ਤੇ 10ਵੇਂ ਪਾਤਸ਼ਾਹ ਨੇ ਵੀ ਐਸੀ ਹੀ ਖੇਲ ਕੀਤੀ ਹੈ। ਰਾਈ ਅਰਧ ਰਾਤੰ ਘਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਫਿਰ ਮਹਾਰਾਜ ਆਪ ਵੀ ਸ਼ਬਦ ਸਰੂਪ ਸਨ। ਉਸ ਜੋਤ ਵਿੱਚ ਉਹ ਭੇਦ ਹੋ ਗਏ। ਅੱਜ ਅਮਰੀਕਾ ਦੀ ਧਰਤੀ ਦੇ ਅੰਦਰ ਇਹ ਜੋਬਾ ਸਿਟੀ 'ਚ ਪ੍ਰਬੰਧਕ ਹਰ ਸਾਲ ਦੀ ਤਰ੍ਹਾਂ ਇਹ ਬੜਾ ਔਰ ਤਗੜਾ ਪ੍ਰਬੰਧ ਕਰਦਿਆਂ ਹੋਇਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਜਿਹੜਾ ਗੁਰਪੁਰਬ ਮਨਾ ਰਹੇ। ਕੁਝ ਸਮਾਂ ਪਹਿਲਾਂ 300 ਸਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪਾਤਸ਼ਾਹ ਦਾ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਗੁਰਪੁਰਬ ਮਨਾਇਆ ਗਿਆ ਹੈ। ਤੇ ਉਸ ਵੇਲੇ ਜਦੋਂ ਭੋਗ ਪਏ ਸਨ ਤੇ ਉੱਥੋਂ ਦੇ ਜੋ ਸਿੰਘ ਸਾਹਿਬ ਔਰ ਮਹਾਨ ਗੁਰਮੁਖ ਪਿਆਰੇ ਮਹਾਨ ਤਪਸਵੀ ਘਾਲਣਾ ਘਾਲਣ ਵਾਲੇ ਜੋ ਸ਼੍ਰੀ ਅਬਚਲ ਨਗਰ ਹਜੂਰ ਸਾਹਿਬ ਸੱਚਖੰਡ ਦੇ ਜਥੇਦਾਰ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਹਨ, ਉਹ ਦਾਸ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਤੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਇਸ ਖੁਸ਼ੀ ਦੇ ਸਮਾਗਮ ਤੇ ਤੁਸੀਂ ਆਪ ਆਪਣੇ ਮਖਾਰਬਿੰਦ ਤੋਂ ਆਰੰਭ ਕਰੋ। ਤੇ ਦਾਸ ਤੋਂ ਉਹਨਾਂ ਨੇ ਇਸ 300 ਸਾਲਾ ਗੁਰਤਾ ਗੱਦੀ ਦਿਵਸ ਦੇ ਉੱਤੇ ਦਾਸ ਤੋਂ ਸੱਚਖੰਡ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਜਿਹੜੀ ਸੀ
ਆਰੰਭ ਕਰਾਈ ਸੀ ਤੇ ਕਲਗੀਧਰ ਪਾਤਸ਼ਾਹ ਨੇ ਹਿਰਦੇ 'ਚ ਨਿਵਾਸ ਕਰਕੇ ਆਪਣੀ ਮਿਹਰ ਕਰਦਿਆਂ ਉਸ ਵੇਲੇ ਇਸ ਤਰ੍ਹਾਂ ਦੇ ਪਵਿੱਤਰ ਬਚਨ ਕਹਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਕੜ ਸਾਹਿਬ ਸੀ ਤੇ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਸਮੂਹ ਖਾਲਸਾ ਪੰਥ ਇਕੱਤਰ ਹੋਇਆ ਸੀ ਤੇ ਪ੍ਰਧਾਨ ਜੀ ਨੇ ਕਥਾ ਤੋਂ ਬਾਅਦ ਔਰ ਗਲਬਕੜੀ ਪਾ ਕੇ ਕਹਿਣ ਲੱਗੇ, ਬਾਬਾ ਜੀ ਅੱਜ ਜਿਹੜੇ ਬਚਨ ਹੋਏ ਆ, ਜੇ ਪੰਥ ਇਹਨਾਂ ਬਚਨਾਂ ਤੇ ਪਹਿਰਾ ਦੇਵੇ ਉਹ ਦਿਨ ਦੂਰ ਨੇ ਜਦੋਂ ਖਾਲਸੇ ਪੰਥ ਦੀ ਸੰਸਾਰ ਤੇ ਇੱਕ ਵਿਲੱਖਣ ਦਿੱਖ ਤੇ ਚੜ੍ਹਦੀ ਕਲਾ ਹੋਵੇਗੀ। ਸੋ ਸਾਧ ਸੰਗਤ ਜੀ, ਸਮਾਂ ਹੁੰਦਾ ਹੈ, ਮਹਾਰਾਜ ਆਪ ਹੀ ਮਿਹਰ ਕਰਦੇ ਹਨ, ਬੰਦਾ ਨਹੀਂ ਕੁਝ ਵੀ। ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਆਪਣੀ ਬਖਸ਼ਿਸ਼, ਆਪਣੀ ਜਿਹੜੀ ਮਿਹਰ ਹੁੰਦੀ ਹੈ। ਅੱਜ ਮਨ ਨੂੰ ਬਹੁਤ ਪ੍ਰਸੰਨਤਾ ਹੋਈ ਹੈ ਕਿ ਪ੍ਰਬੰਧਕ ਹਰ ਸਾਲ ਦੀ ਤਰ੍ਹਾਂ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਅਮਰੀਕਾ ਦੀ ਧਰਤੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਪੂਰੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ ਤੇ ਸੜਕਾਂ ਤੇ ਉਹ ਪਾਰਟੀਸ਼ਨ ਦੇਖ ਕੇ ਮਨ ਨੂੰ ਬੜਾ ਉਤਸ਼ਾਹ ਹੁਲਾਸ ਮਿਲਿਆ ਕਿ ਸੰਗਤਾਂ ਨੇ ਆ ਕੇ ਆਪਣੇ ਵਿਰਸੇ ਨੂੰ ਭੁਲਾਇਆ ਨਹੀਂ, ਬਲਕਿ ਗੁਰੂ ਮਹਾਰਾਜ ਦੀ ਓਟ ਲੈ ਕੇ ਬੜੀ ਚੜ੍ਹਦੀ ਕਲਾ ਦੇ ਨਾਲ ਲੰਗਰ ਲਾਉਣੇ ਔਰ ਇਸੇ ਤਰ੍ਹਾਂ ਕਥਾ ਕੀਰਤਨ ਪ੍ਰਬੰਧ ਕਰਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਸਵਾਰੀ ਪੰਜ ਪਿਆਰੇ ਕਿਸ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਉਤਸ਼ਾਹ ਦੇ ਨਾਲ ਇਹ ਮਹਾਰਾਜ ਦਾ ਨਗਰ ਕੀਰਤਨ ਕੱਢਦੀਆਂ ਹਨ ਤੇ ਸੰਸਾਰ ਦੇ ਉੱਤੇ ਇੱਕ ਐਸਾ ਸੰਦੇਸ਼ ਜਾਂਦਾ ਹੈ ਕਿ ਖਾਲਸਾ ਪੰਥ ਕਿਤੇ ਵੀ ਚਲੇ ਜਾਏ, ਖਾਲਸੇ ਪੰਥ ਨੇ ਆਪਣੀਆਂ ਪਰੰਪਰਾਵਾਂ ਨੂੰ ਉਵੇਂ ਕਿਵੇਂ ਕਾਇਮ ਰੱਖਿਆ ਜਿਵੇਂ ਕਲਗੀਧਰ ਪਾਤਸ਼ਾਹ ਆਪ ਮਿਹਰ ਕਰਕੇ ਗਏ ਹਨ। ਇਸ ਕਰਕੇ ਦਾਸ ਪ੍ਰਬੰਧਕਾਂ ਦਾ, ਇੱਥੋਂ ਦੀਆਂ ਸੰਗਤਾਂ ਦਾ, ਸਾਰੀਆਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਸਾਡੇ ਮਨ ਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਇੱਥੇ ਆ ਕੇ ਵੀ ਆਪਣੇ ਵਿਰਸੇ ਨੂੰ ਕਾਇਮ ਰੱਖ ਰਹੇ ਹੋ ਤੇ ਜਿਨ੍ਹਾਂ ਦੇ ਵਿੱਚ ਕੋਈ ਢਿੱਲ ਮਠਾਈ ਹੈ, ਇਹ ਸਮਾਗਮ ਮਨਾਉਣ ਦਾ ਪ੍ਰਯੋਜਨ ਇਹ ਹੀ ਹੈ ਕਿ ਅਸੀਂ ਰੋਮਾਂ ਦੀ ਬੇਅਦਬੀ ਨਾ ਕਰੀਏ, ਨਸ਼ਿਆਂ ਪੱਤਿਆਂ ਨੂੰ ਛੱਡੀਏ ਔਰ ਵੱਧ ਤੋਂ ਵੱਧ ਖੰਡੇਵਾ ਅੰਮ੍ਰਿਤ ਛਕ ਕੇ ਗੁਰੂ ਮਹਾਰਾਜ ਦੇ ਸਿੰਘ ਸਿੰਘਣੀਆਂ ਸਜੀਏ ਅਤੇ ਜੋ ਮਹਾਰਾਜ ਦਾ ਸਿਧਾਂਤ ਹੈ, ਪੀ ਬਹੁ ਪੌਲ ਖੰਡ ਧਾਰ ਹੋਵੇ ਜਨਮ ਸਹੇਲਾ, ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਹਲ ਦੇ, ਸੋਈ ਸਿੰਘ ਸਜਾਨ ਅਵਰ ਨ ਪੌਹਲ ਜੋ ਦੇ। ਪਹਿਲੀ ਰਹਿਤ ਇਹ ਹੀ ਹੈ ਕਿ ਖੰਡੇ ਦੀ ਪੌਲ ਛਕਣੀ, ਜਿਹਦੇ ਵਿੱਚ ਮਹਾਰਾਜ ਨੇ ਕਿਸੇ ਨੂੰ ਵੀ ਮੁਆਫ ਨਹੀਂ ਕੀਤਾ, ਬਲਕਿ ਇੱਥੇ ਤੱਕ ਜਦੋਂ ਪੰਜਾਂ ਪਿਆਰਿਆਂ ਤੋਂ ਸੀਸ ਭੇਟ ਲੈ ਕੇ ਸਰਜੀਤ ਕਰਕੇ ਬਾਣੀ ਬਾਣਾ ਖੰਡੇਵਾ ਅੰਮ੍ਰਿਤ ਦਾਤ ਬਖਸ਼ੀ, ਕਹਿਣ ਲੱਗੇ ਖਾਲਸਾ ਜੀ ਹੁਣ ਦਾਸ ਨੂੰ ਵੀ ਇਹ ਦਾਤ ਬਖਸ਼ੋ। ਭਾਈ ਸਾਹਿਬ ਭਾਈ ਦਇਆਲ ਸਿੰਘ ਕਹਿਣ ਲੱਗੇ ਮਹਾਰਾਜ ਪੰਥ ਨੇ ਸੀਸ ਭੇਟ ਕਰਕੇ ਦਾਤ ਲਈ ਹੈ, ਆਪ ਪੰਥ ਨੂੰ ਕੀ ਭੇਟਾ ਦਿਓਗੇ? ਮਹਾਰਾਜ ਕਹਿਣ ਲੱਗੇ ਸਰਵੰਸ ਦਾਨ ਦਿਆਂਗਾ, ਤੇ ਸਰਵੰਸ ਦਾਨ ਦਿੱਤਾ ਵੀ ਕਿਹਾ ਨਹੀਂ, ਕਰਕੇ ਦਿਖਾਇਆ ਪਾਤਸ਼ਾਹ। ਸੋ ਇਸ ਕਰਕੇ ਉਸ ਵੇਲੇ ਪਾਤਸ਼ਾਹ ਨੇ ਬਚਨ ਕੀਤੇ ਸਨ, ਹੋਂ ਸਫਲਾ ਤਬ ਹੀ ਜਗਤ ਹੈ, ਹੋਂ ਲਗ ਜਾਤਨ ਕੋ ਬੜ ਪਨ ਦੈ, ਹੋਂ ਜਿਨ ਕੀ ਜਾਤ ਔਰ ਕੁਲ ਮਾਹੀ, ਨੈ ਸਰਦਾਰੀ ਭਈ ਕਦਾਹੀ, ਤਿਨਹੀ ਕੋ ਸਰਦਾਰ ਬਨੈ, ਹੋਂ ਤਬੈ ਗੋਬਿੰਦ ਸਿੰਘ ਨਾਮ ਕਹੈ, ਹੋਂ। ਕਿਹਨਾਂ ਦੇ ਜਿਨ੍ਹਾਂ ਦੀ ਜਾਤ ਗੋਚ ਲਤਾੜੇ ਹੋਏ ਵਰਗਾਂ ਦੇ ਲੋਕ ਸੀ, ਕਿਤੇ ਸਰਦਾਰੀ ਨਹੀਂ, ਉਹਨਾਂ ਨੂੰ ਸਰਦਾਰੀਆਂ ਦੇ ਦਿਆਂਗਾ, ਉਹਨਾਂ ਨੂੰ ਰਾਜ ਗੱਦੀਆਂ ਬਖਸ਼ ਦਿਆਂਗਾ। ਜਾਂ ਮੈਂ ਰੰਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਹਿੰਦੇ ਜੇ ਰੰਚ ਥੋੜਾ ਮਾਤਰ ਵੀ ਗਲਤ ਗੱਲ ਨਹੀਂ ਕਹੀ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਪਰਮਾਤਮਾ ਨੂੰ ਸਾਖੀ ਜਾਣ ਕੇ ਖਾਲਸਾ ਜੀ ਮੈਂ ਇਹ ਬਚਨ ਕਹੇ ਤੇ ਮਹਾਰਾਜ ਨੇ ਕਿਰਪਾ ਵੀ ਕਰਤੀ। ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਪਟਿਆਲੀਆਂ ਦੇ ਬਜ਼ੁਰਗ ਢਿੱਡ ਵਜਾਉਂਦੇ ਆਏ ਸੀ। ਮਹਾਰਾਜ ਕਹਿਣ ਲੱਗੇ ਕਾਲਿਆ ਕੀ ਗੱਲ ਹੈ? ਕਹਿੰਦੇ ਮਹਾਰਾਜ ਸਾਨੂੰ ਕਿਤੇ ਟਿਕਣਾ ਨਹੀਂ ਮਿਲਦਾ, ਭੁੱਲਰ ਜਿਹੜੇ ਸਾਨੂੰ ਟਿਕਣ ਨਹੀਂ ਦਿੰਦੇ। ਮਹਾਰਾਜ ਕਹਿੰਦੇ ਨਹੀਂ ਕਾਲਿਆ, ਤੁਹਾਡੇ ਜਿਹੜੇ ਘੋੜੇ ਆ ਉਹ ਜਮਨਾ ਦਾ ਪਾਣੀ ਪੀਣਗੇ।
ਇਹ ਮਹਾਰਾਜ ਦੀਆਂ ਬਰਕਤਾਂ। ਚਮਕੌਰ ਸਾਹਿਬ ਉਹਨਾਂ ਦੇ ਬਜ਼ੁਰਗ ਭਾਈ ਰਾਮ ਸਿੰਘ ਤਰਲੋਕ ਸਿੰਘ ਨੇ ਸ਼ਹੀਦਾਂ ਸਿੰਘਾਂ ਦਾ, ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ ਤੇ 10ਵੇਂ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਸੀ, ਭਾਈ ਰਾਮ ਸਿੰਘ ਤਰਲੋਕ ਸਿੰਘ ਤੁਮਾਰਾ ਘਰ ਹਮਾਰਾ ਘਰ ਅਸੈ। ਇਹ ਮਹਾਰਾਜ ਨੇ ਕਿੱਡੀਆਂ ਕਿੱਡੀਆਂ ਬਖਸ਼ਾਂ ਕੀਤੀਆਂ ਪੰਥ ਨੂੰ, ਪਰ ਇਹ ਬਖਸ਼ਾਂ ਕਦੋਂ ਰਹਿੰਦੀਆਂ? ਜਦੋਂ ਗੁਰੂ ਕੇ ਬਚਨ ਵਿੱਚ ਕਾਇਮ ਰਹਾਂਗੇ। ਇਸ ਵਾਸਤੇ ਸਤਿਗੁਰੂ ਦੇ ਬਚਨਾਂ ਵਿੱਚ ਪਰਪੱਕਤਾ ਨਾਲ ਪਹਿਰਾ ਦਿੰਦੇ ਰਹਾਂਗੇ। ਮਹਾਰਾਜ ਆਪਣੇ ਪੰਥ ਨੂੰ ਸਦਾ ਚੜ੍ਹਦੀਆਂ ਕਲਾ ਬਖਸ਼ਦੇ ਆ, ਬਖਸ਼ਦੇ ਰਹਿਣਗੇ। ਸੋ ਆਓ, ਜੋ ਅੰਮ੍ਰਿਤ ਵੇਲੇ ਇਸ ਸਥਾਨ ਤੇ ਗੁਰੂ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ। ਬਾਣੀ ਭਗਤ ਕਬੀਰ ਜੀ ਕੀ। ਰਾਗ ਧਨਾਸਰੀ ਹੈ। ਭਗਤ ਕਬੀਰ ਸਾਹਿਬ ਦੇ ਮਕਾਰਵਿੰਦ ਤੋਂ ਆਚਾਰਨ ਕੀਤੀ ਬਾਣੀ ਦਾ ਸ਼ਬਦ, ਜਿਹਦੀ ਵਿਆਖਿਆ ਸਰਵਣ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਜੀ ਇੱਕ ਹਨ। ਓੰਕਾਰ ਪ੍ਰਕਾਸ਼ ਰੂਪ ਹਨ। ਨਾਮ ਮਾਤਰ ਤੋਂ ਲੋਕ ਪਰਲੋਕ ਚ ਰੱਖਿਆ ਕਰਨ ਵਾਲੇ ਹਨ। ਸਤਿਚਿਤ ਆਨੰਦ ਸਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ, ਕਿਉਂਕਿ ਗ੍ਰੰਥ ਕਰਤਾ ਕੋਈ ਵੀ ਕੰਮ ਆਰੰਭ ਕਰੇ ਉਹ ਫਿਰ ਆਪਣੇ ਇਸ਼ਟ ਦਾ ਮੰਗਲਾਚਰਨ ਕਰਦੇ ਆ। ਜਿਵੇਂ ਸਨਾਤਨੀ ਲੋਕ ਆ, ਓਮ ਸ਼੍ਰੀ ਗਣੇਸ਼ਾਏ ਨਮः, ਓਮ ਸ਼੍ਰੀ ਜਾਨਕੀ ਬਲਵਾ ਸਵਾਹਾ। ਜੇ ਮੰਗਲਾਚਰਨ ਨਾ ਕੀਤਾ ਜਾਏ, ਇਹ ਹੁੰਦਾ ਕਿ ਜਿਹੜਾ ਗ੍ਰੰਥ ਕਰਤਾ ਕੋਈ ਨਾਸਤਕ ਬੰਦਾ ਹੈ, ਇਹਦਾ ਕੋਈ ਗੁਰੂ ਇਸ਼ਟ ਨਹੀਂ। ਇਸ ਤਰ੍ਹਾਂ ਜੋ ਪ੍ਰਾਤਨ ਮਰਜ਼ਾਦਾ, ਉਹਦੇ ਅਨੁਸਾਰ ਸਤਿਗੁਰੂ ਜੀ ਨੇ ਕਿਸੇ ਦੇਵੀ ਦੇਵਤੇ ਦਾ ਨਹੀਂ, ਇੱਕੋ ਇੱਕ ਅਕਾਲ ਪੁਰਖ ਜੀ ਦਾ ਮੰਗਲਾਚਰਨ ਕੀਤਾ ਹੈ। ਜਿਵੇਂ ਦੇ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ ਹਨ, ਦਰਖਤ ਦੇ ਮੁੱਢ ਨੂੰ ਪਾਣੀ ਪਾ ਦਈਏ ਤੇ ਸ਼ਾਖਾਂ ਨੂੰ ਆਪਣੇ ਆਪ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਸ੍ਰੀ ਅਕਾਲ ਪੁਰਖ ਜੀ ਦਾ ਪੂਜਨ ਕਰਨੇ ਦੇ ਨਾਲ ਸਾਰੇ ਅੰਤਰਗਤ ਆ ਜਾਂਦੇ ਹਨ। ਜਿਹੜੇ ਮੰਗਲਾਚਰਨ ਹਨ ਉਹ ਗ੍ਰੰਥਕਾਰਾਂ ਨੇ 3 ਪ੍ਰਕਾਰ ਦੇ ਕਹੇ ਹਨ। ਇੱਕ ਵਸਤੂ ਨਿਰਦੇਸ਼, ਜਿਹਦੇ 'ਚ ਇੱਕੋ ਇੱਕ ਅਕਾਲ ਪੁਰਖ ਦਾ ਵਰਣਨ ਨਿਰਦੇਸ਼ ਮੈਨੇ ਕਥਨ ਕੀਤਾ ਜਾਵੇ। ਦੂਸਰਾ ਸਾਧ ਸੰਗਤ ਜੀ ਹੈ ਨਮਸਕਾਰਾਤਮਕ, ਆਪਣੇ ਗੁਰੂ ਇਸ਼ਟ ਨੂੰ ਮੱਥਾ ਟੇਕਣਾ। ਮਾਤਾ ਪਿਤਾ ਨੂੰ ਨਮਸਕਾਰ ਕਰਾਂਗੇ, ਉਹ ਵੀ ਆਸ਼ੀਰਵਾਦ ਦਿੰਦੇ ਆ। ਸਿਆਣੇ ਪੁਰਸ਼ਾਂ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਕਰੀਏ, ਉਹ ਵੀ ਆਸ਼ੀਰਵਾਦ ਦਿੰਦੇ ਆ। ਤੇ ਗੁਰੂ ਮਹਾਰਾਜ ਨੂੰ ਨਮਸਕਾਰ ਕਰੀਏ ਤੇ ਕਰ ਅੰਜਲੀ ਪੁੰਨ ਵੱਡਾ ਹੋਏ, ਕਰ ਡੰਡੌਤ ਪੁੰਨ ਵੱਡਾ ਹੋਏ। ਤੇ ਗੁਰੂ ਮਹਾਰਾਜ ਜੰਮਣਾ ਮਰਨਾ ਕੱਟ ਦਿੰਦੇ ਆ, ਆਵਾਗੁਣ ਮਿਟਾ ਦਿੰਦੇ ਆ, ਨਾਮ ਬਾਣੀ ਗੁਰਸਿੱਖੀ ਦੀਆਂ ਪਵਿੱਤਰ ਦਾਤਾਂ ਬਖਸ਼ ਦਿੰਦੇ ਹਨ। ਇਸ ਵਾਸਤੇ ਜਦੋਂ ਵੱਡਿਆਂ ਨੂੰ ਆਪਾਂ ਨਮਸਕਾਰ ਕਰਦੇ ਹਾਂ, ਉਹ ਤੀਸਰਾ ਨੰਬਰ 'ਤੇ ਆਸ਼ੀਰਵਾਦ ਆਤਮਿਕ ਹੁੰਦਾ, ਉਹਨਾਂ ਤੋਂ ਆਸ਼ੀਰਵਾਦ ਮਿਲਦੀ ਹੈ। ਸਲਾਰਦੀਨ ਕਾਜੀ 10ਵੇਂ ਪਾਤਸ਼ਾਹ ਕੋ ਆਇਆ ਸੀ ਕਿ ਮਹਾਰਾਜ ਜਦੋਂ ਤੁਹਾਡੇ ਸਿੰਘ ਆਉਂਦੇ ਆ ਤੇ ਮੱਥਾ ਟੇਕਦੇ ਆ, ਉਹਨਾਂ ਦੇ ਚਿਹਰੇ ਬੜੇ ਖਿੜ ਜਾਂਦੇ ਆ, ਇਹ ਕੀ ਕੌਤਕ ਹੈ? ਮਹਾਰਾਜ ਕਹਿਣ ਲੱਗੇ, ਕਾਜੀ ਜੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਆ। ਉਸੇ ਵੇਲੇ ਖਜ਼ਾਨਚੀ ਨੂੰ ਕਿਹਾ ਖਜ਼ਾਨੇ ਚੋਂ ਮੋਹਰ ਲੈ ਕੇ ਆਓ। ਕਹਿਣ ਲੱਗੇ ਕਾਜੀ ਜੀ ਆ ਦੇਖੋ। ਕਹਿੰਦੇ ਮਹਾਰਾਜ ਅੱਖਰ ਪੁੱਠੇ ਆ। ਜਿਲੇ ਸਿਆਹੀ ਤੇ ਲਾ ਕੇ ਠੱਪਾ ਲਾ, ਕਹਿੰਦੇ ਹੁਣ, ਕਹਿੰਦੇ ਸਿੱਧੇ ਆ। ਕਹਿੰਦੇ ਜਦੋਂ ਆ ਕੇ ਨਮਸਕਾਰ ਕਰਦਾ ਤੇ ਜੇ ਕਿਸੇ ਦੇ ਅੱਖਰ ਪੁੱਠੇ ਹੋਣ, ਉਹ ਨਮਸਕਾਰ ਕਰਨ ਸਿੱਧੇ ਹੋ ਜਾਂਦੇ, ਤੇ ਜਿਨ੍ਹਾਂ ਦੇ ਅੱਗੇ ਸਿੱਧੇ ਆ ਉਹਨਾਂ ਤੇ ਮਹਾਰਾਜ ਦੀਆਂ ਹੋਰ ਬਖਸ਼ਾਂ ਹੋ ਜਾਂਦੀਆਂ। ਸਲਾਰਦੀਨ ਕਹਿਣ ਲੱਗਾ, ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਬਹੁਤ ਪੜ੍ਹੀ ਸੁਣੀ ਸੀ। ਇਹ ਸੱਚੇ ਪਾਤਸ਼ਾਹ, ਤੁਸੀਂ ਇੱਕੋ ਹੀ ਨੁਕਤੇ ਦੇ ਨਾਲ ਕਿੱਡੀ ਵੱਡੀ ਗੱਲ ਸਮਝਾ ਦਿੱਤੀ ਹੈ। ਕਿਉਂਕਿ ਜਿਹੜੇ ਗੁਰੂ ਹੁੰਦੇ ਪੂਰੇ, ਉਹਨਾਂ ਦੇ ਸੈਨਤ ਨਾਲ ਬੈਨਤ ਨਾਲ ਜਿਵੇਂ ਵੀ ਬਚਨ ਕਰਨ, ਉਸੇ ਤਰ੍ਹਾਂ ਉਹ ਕਿਰਪਾ ਕਰ ਦਿੰਦੇ ਹਨ। ਤਾਂ ਹੀ ਮਹਾਰਾਜ ਨੇ ਕਿਹਾ ਕਿ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਦਾਰੇ।
ਸੋ ਇਸ ਵਾਸਤੇ ਇਹ ਤਿੰਨ ਤਰ੍ਹਾਂ ਦੇ ਮੰਗਲਾਚਰਨ ਹੁੰਦੇ ਆ। ਉਸ ਨਿਯਮ ਦੇ ਤਹਿਤ ਜੋ ਸਤਿਗੁਰੂ ਜੀ ਦਾ ਅਸੂਲ ਸੀ, ਭਗਤ ਜੀ ਨੇ ਵੀ ਉਸੇ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਇਹ ਗੁਰੂ ਮਹਾਰਾਜ ਦੀ ਰੀਤੀ ਦਾ ਜੋ ਮੰਗਲਾਚਰਨ ਹੈ ਉਹ ਕੀਤਾ ਗਿਆ ਹੈ। ਸਨਕ ਸਨੰਦ ਮਹੇਸ਼ ਸਮਾਨਾ। ਜਦੋਂ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਸਿਰਜਣਾ ਹੋਈ, ਉਸ ਵੇਲੇ ਬ੍ਰਹਮਾ ਜੀ ਨੇ ਆਪਣੇ ਆਤਮਿਕ ਬਲ ਤੋਂ 4 ਬਾਲਕਾਂ ਨੂੰ ਪੈਦਾ ਕੀਤਾ। ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ। ਇਹਨਾਂ ਨੂੰ ਹੁਕਮ ਹੋਇਆ ਕਿ ਸ੍ਰਿਸ਼ਟੀ ਦਾ ਵਾਧਾ ਕਰੋ। ਕਹਿਣ ਲੱਗੇ ਨਹੀਂ, ਅਸੀਂ ਤਾਂ ਭਜਨ ਕਰਕੇ ਪਰਮਾਤਮਾ ਨੂੰ ਮਿਲਣਾ, ਇਸ ਪਾਸੇ ਸਾਡੀ ਰੁਚੀ ਹੈ। ਫਿਰ ਹੁਕਮ ਹੋਇਆ ਤੇ ਕਹਿਣ ਲੱਗੇ ਮਹਾਰਾਜ ਤਾਂ ਮੰਨੇ ਨਹੀਂ। ਫਿਰ ਉਹਨਾਂ ਨੇ ਆਪਣੇ 7 ਰੂਪਾ ਔਰ ਸ਼ੰਭੂ ਮਨ ਨੂੰ ਪੈਦਾ ਕੀਤਾ। ਇਹ ਨਾਦ ਸ਼ਬਦ ਤੋਂ ਪੈਦਾ ਹੋਏ ਸੀ ਔਰ ਇਹਨਾਂ ਤੋਂ ਦੁਨੀਆ ਦਾ ਜਿਹੜਾ ਸੰਤ ਮਾਰਗ ਆ ਉਹ ਆਰੰਭ ਹੋਇਆ। ਸਨਕ, ਸਨਾਤਨ, ਸਨਾਤਨ ਤੇ ਸੰਤ ਕੁਮਾਰ ਤੋਂ। ਫਿਰ ਸਾਧ ਸਿੰਘ ਬਿੰਦੀ ਔਲਾਦ ਜਿਹੜੀ ਹੈ ਸ਼ੰਭੂ ਮਨ ਔਰ ਜਿਹੜੀ 7 ਰੂਪਾ ਸੀ। ਇਸ ਤਰ੍ਹਾਂ ਜਿਵੇਂ ਮਾਤ ਪਿਤਾ ਬਿਨ ਜੈਸੇ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ, ਜੀਲ ਬਿਨਾ ਨਾ ਬਜੇ ਰਵਾਬ। ਇਹ ਸਾਧ ਸਿੰਘਾਂ ਜਿੰਨੀ ਸਾਰੀ ਸ੍ਰਿਸ਼ਟੀ ਹੈ ਇਸੇ ਤਰ੍ਹਾਂ ਉਹਨਾਂ ਨੇ ਪੈਦਾ ਕੀਤੀ ਹੈ। ਸੋ ਇਸ ਕਰਕੇ ਸਨਕ ਸਨੰਦਨ ਜਿਹੜੇ ਹੈ ਇਹਨਾਂ ਦਾ ਉਪਨਿਸ਼ਦਾਂ ਦੇ ਵਿੱਚ ਵੀ ਬਹੁਤ ਜ਼ਿਕਰ ਆਉਂਦਾ ਹੈ, ਹੋਰ ਗ੍ਰੰਥਾਂ ਵਿੱਚ ਵੀ ਕਾਫੀ ਹੈ, ਕਿਉਂਕਿ ਇਹਨਾਂ ਤੋਂ ਗਿਆਨ ਲੈਣ ਵਾਸਤੇ ਨਾਰਦ ਵੀ ਗਿਆ ਕਿ ਮਹਾਰਾਜ ਸਾਡੇ ਮਨ ਨੂੰ ਸ਼ਾਂਤੀ ਨਹੀਂ। ਕਹਿਣ ਲੱਗੇ ਤੂੰ ਕਿਹੜੀ ਕਿਹੜੀ ਵਿਦਿਆ ਪੜ੍ਹਿਆ? ਇਸ ਨੇ ਦੱਸਿਆ ਮੈਂ 14 ਜਾਂ 64 ਪ੍ਰਕਾਰ ਦੀ ਵਿਦਿਆ। ਉਹ ਕਹਿਣ ਲੱਗੇ ਇਹ ਜਿਹੜੀ ਵਿਦਿਆ ਹੈ ਇਹ ਮਾਇਆ ਪਦਾਰਥਾਂ ਨੂੰ ਪੈਦਾ ਕਰਨ ਵਾਲੀ, ਬੁੱਧੀ ਦਾ ਚਾਕੂ ਤਿੱਖਾ ਕਰਨ ਵਾਲੀ ਹੈ। ਉਹ ਵਿਦਿਆ ਦਾ ਤੂੰ ਹਾਲੇ ਪੜ੍ਹੀ ਨਹੀਂ ਜਿਹਦੇ ਦੁਆਰਾ ਇਹਨੂੰ ਆਤਮਾ ਪਰਮਾਤਮਾ ਦਾ ਗਿਆਨ ਹੋਵੇ। ਫਿਰ ਜਾ ਕੇ ਦਾਸ ਬਣ ਕੇ ਉਹਨਾਂ ਦੇ ਕੋਲ ਇਹ ਸੇਵਾ ਕਰਦਾ ਰਿਹਾ। ਫਿਰ ਉਹਨਾਂ ਨੇ ਉਪਦੇਸ਼ ਦਿੱਤਾ ਸੀ। ਪਰ ਪਰਮਾਤਮਾ ਦੀ ਅਗੰਮੀ ਜੋਤੀ ਐਸੀ ਹੈ, ਉਹਦਾ ਅੰਤ ਲੈਣਾ ਕਿਸੇ ਵੀ ਬਸ ਦੀ ਗੱਲ ਨਹੀਂ। ਜਿਵੇਂ ਕਹਿੰਦੇ ਨੇ ਗਈ ਪੂਤਰੀ ਲਵਣ ਕੀ ਥਾ ਸਿੰਧ ਕੀ ਲੈਣ, ਅਨਾਥ ਆਪੇ ਪਈ ਕਹੇ ਕਹੂੰ ਕੋ ਬੈਣ। ਜਿਵੇਂ ਲੂਣ ਦਾ ਢੇਲਾ ਜਿਹੜਾ ਉਹ ਰੱਸੀ ਨਾ ਬੰਨ੍ਹ ਕੇ ਸਮੁੰਦਰ ਸਿੱਟੀਏ ਤੇ ਸਮੁੰਦਰ ਦਾ ਅੰਤ ਲਈਏ, ਉਹ ਪਾਣੀ 'ਚ ਖੁਰ ਕੇ ਪਾਣੀ ਦਾ ਰੂਪ ਹੋ ਗਿਆ ਤੇ ਮੁੜ ਕੇ ਦੱਸੇ ਕੌਣ ਕਿੰਨਾ ਕੱਢੂਗਾ। ਇਸ ਤਰ੍ਹਾਂ ਅੰਤ ਕੋ ਚਾਹਨ ਜੇਗ ਐਸੇ ਆਏ ਅੰਤ ਗਵਾਏ ਜਿਉ। ਉਹਦਾ ਅੰਤ ਲੈਣ ਦੀ ਜਿਹਨ ਕੋਸ਼ਿਸ਼ ਕੀਤੀ ਉਹਦਾ ਅੰਤ ਹੋ ਗਿਆ, ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਨਕ ਸਨੰਦ ਮਹੇਸ਼ ਸਮਾਨਾ। ਚਾਹੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਜਿਹੜੇ ਸ਼ਿਵ ਜੀ ਦੇ ਤੁਲ ਬੜੇ ਬੜੇ ਅਵਧੂਤ ਜੋਗੀ ਰਾਜ ਹਨ। ਸੇਖ ਨਾਗ ਤੇਰੋ ਮਰਮ ਨਾ ਜਾਣਾ। ਕਹਿੰਦੇ ਸ਼ੇਸ਼ ਨਾਗ ਵਿਸ਼ਨੂੰ ਦੇ ਸੇਜਾ ਤੇ ਰਹਿੰਦਾ, ਕਹਿੰਦੇ ਉਹਨਾਂ ਅੰਤ ਜਾਣਿਆ ਹੋਵੇਗਾ। ਕਹਿੰਦੇ ਜਿਹੜਾ 1000 ਫਨ ਵਾਲਾ ਸ਼ੇਸ਼ ਨਾਗ ਆ ਤੇ ਭਗਵਾਨ ਦੇ ਰੋਜ਼ਾਨਾ ਨਵੇਂ ਤੋਂ ਨਵੇਂ ਨਾਂ ਲੈਂਦਾ, ਕਹਿੰਦੇ ਉਸ ਨੇ ਵੀ ਉਹਦਾ ਅੰਤ ਨਹੀਂ ਜਾਣਿਆ ਹੈ। ਸੰਤ ਸੰਗਤ ਰਾਮ ਹਿਰਦੈ ਵਸਾਈ। ਇਹ ਮਹਾਰਾਜ ਇਹ ਕਿਰਪਾ ਕਰਕੇ ਦੱਸੋ ਪਰਮੇਸ਼ਰ ਦਾ ਨਾਮ ਹਿਰਦੇ 'ਚ ਕਿਵੇਂ ਵਸਦਾ ਹੈ? ਕਹਿੰਦੇ ਜਿਹੜੇ ਪੂਰਨ ਤੱਤਵੇ ਤੇ ਗਿਆਨਵਾਨ ਮਹਾਂਪੁਰਖ ਹਨ ਉਹਨਾਂ ਦੀ ਸੰਗਤ ਕਰਕੇ ਆਪਾ ਭਾਵ ਤਿਆਗ ਕੇ ਜਦੋਂ ਉਹਨਾਂ ਦੇ ਬਚਨ ਦੀ ਹੁਕਮਾਂ ਦੀ ਪਾਲਣਾ ਕਰੀਏ ਫਿਰ ਹਿਰਦਾ ਜਦੋਂ ਸ਼ੁੱਧ ਹੋ ਜਾਂਦਾ ਹੈ, ਪਰਮੇਸ਼ਰ ਦਾ ਨਾਮ ਫਿਰ ਹਿਰਦੇ 'ਚ ਵਸਦਾ ਹੈ। ਜਿਵੇਂ ਜਿਹੜਾ ਸ਼ੇਰਨੀ ਦਾ ਦੁੱਧ ਆ ਉਹ ਸਾਧ ਸੰਗਤ ਜੀ ਸੋਨੇ ਦੇ ਭਾਂਡੇ 'ਚ ਰਹਿੰਦਾ, ਦੂਏ ਭਾਂਡੇ 'ਚ ਪਾ ਦਿਓ ਬੋਰੀ ਕਰਕੇ ਵਿੱਚ ਹੀ ਨਿਕਲ ਜਾਂਦਾ। ਦੇਖ ਲਓ ਕੁਦਰਤ ਦੀ ਕੋਈ ਐਸੀ ਕਲਾ ਰੱਖੀ ਹੋਈ ਹੈ। ਇਸੇ ਤਰ੍ਹਾਂ ਇਹ ਜਿਹੜਾ ਪਰਮੇਸ਼ਰ ਦਾ ਨਾਮ ਆ ਇਹ ਵੀ ਸੋਨੇ ਵੱਤ ਜਿਨ੍ਹਾਂ ਦਾ ਹਿਰਦਾ ਉਜਲ ਪਵਿੱਤਰ ਹੈ ਉੱਥੇ ਹੀ ਟਿਕਦਾ ਹੈ। ਰਹਾਉ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਹਨ। ਹਨੂਮਾਨ ਸਰ ਗਰੜ ਸਮਾਨਾ। ਕਹਿੰਦੇ ਕੋਈ ਹਨੂਮਾਨ ਦੇ ਬਰਾਬਰ ਜਾਂ ਗਰੜ ਦੇ ਸਮਾਨ ਵੀ ਸ਼ਕਤੀ ਰੱਖਣ ਵਾਲਾ ਬਣ ਜਾਵੇ। ਸੁਰਪਤ ਨਰਪਤ ਨਹੀਂ ਗੁਣ ਜਾਣਾ। ਸੁਰਾਂ ਦਾ ਪਤੀ ਜਿਹੜਾ ਇੰਦਰ ਆ, ਨਰਾਂ ਦਾ ਪਤੀ ਜੋ ਦੁਨੀਆ ਦਾ ਸਮਰਾਟ ਕੋਈ ਬਾਦਸ਼ਾਹ ਹੈ, ਉਹਨਾਂ ਨੇ ਵੀ ਕਹਿੰਦੇ ਪਰਮਾਤਮਾ ਦੀ ਜਿਹੜੀ ਗਤੀ ਉਹਨੂੰ ਜਾਣਿਆ ਨਹੀਂ। ਕਹਿੰਦੇ ਆ ਕਿ ਇੱਕ ਕੋਈ ਰਾਜਾ
ਮਿਸਰ ਦੇ ਵਿੱਚ ਹੋਇਆ ਤੇ ਉਹਨੂੰ ਬੜੀ ਹਉਮੈ ਸੀ ਕਿ ਮੈਂ ਬਹੁਤ ਵੱਡਾ। ਉਹ ਕਹਿਣ ਲੱਗੇ ਵੀ ਖੁਦਾ ਲੋਕਾਂ ਨੇ ਕਲਪਿਆ ਹੀ ਆ ਕਿ ਹੈ ਵੀ, ਨਜ਼ਰ ਤਾਂ ਆਉਂਦਾ ਨਹੀਂ। ਉਹ ਕਹਿੰਦੇ ਇਉਂ ਕਰੀਏ, ਆਪਾਂ ਖੁਦਾ ਨਾਲ ਯੁੱਧ ਕਰੀਏ, ਜੇ ਹੋਇਆ ਤੇ ਸਾਹਮਣੇ ਆ ਜਾਊਗਾ, ਆਪਾਂ ਉਹਨੂੰ ਲਲਕਾਰਦੇ ਹਾਂ। ਕਹਿਣ ਲੱਗੇ ਹਾਥੀ ਦੀ ਸਵਾਰੀ ਕਰਕੇ ਯੁੱਧ ਕਰੀਏ ਜਾਂ ਰੱਥ ਦੀ ਜਾਂ ਘੋੜੇ ਦੀ ਸਵਾਰੀ ਕਰਕੇ। ਫਿਰ ਕਹਿਣ ਲੱਗਾ ਨਹੀਂ, ਇਹ ਤਾਂ ਖੁਦਾ ਬਹੁਤ ਵੱਡਾ ਹੋਊਗਾ, ਇਹ ਮੈਂ ਵੱਡਾ ਹਾਂ, ਮੇਰੇ ਬਰਾਬਰ ਤਾਂ ਕੋਈ ਹੈ ਨਹੀਂ। ਕਹਿੰਦੇ ਚਲੋ ਖੋਤੇ ਦੀ ਸਵਾਰੀ ਕਰਕੇ ਫਿਰ ਖੁਦਾ ਦਾ ਮੁਕਾਬਲਾ ਕਰਦੇ ਹਾਂ। ਉਹ ਕਹਿੰਦੇ ਫਿਰ ਸਿੱਧੇ ਮੂੰਹ ਨਹੀਂ, ਆਪਾਂ ਪਿੱਛੇ ਨੂੰ ਮੂੰਹ ਕਰਕੇ ਬਹਿੰਦੇ ਹਾਂ। ਕਹਿੰਦੇ ਉਹ ਜੰਗਲ ਵਿੱਚ ਚਲੇ ਗਿਆ ਤੇ ਆਕਾਸ਼ ਵੱਲ ਤੀਰ ਚਲਾਉਣ ਲੱਗ ਪਿਆ। ਹੁਣ ਅੱਗੇ ਉਹ ਕੰਮ ਹੈ ਬਾਹੇਦਰ ਜਾਣ, ਹੁਣ ਆਕਾਸ਼ ਨੂੰ ਕਿਹੜਾ ਕੋਈ ਤੀਰ ਵੱਜਣਾ ਸੀ। ਫਿਰ ਬੜਾ ਖਿੜ ਖੜਾ ਕੇ ਹੱਸਿਆ, ਕਹਿੰਦਾ ਮੈਂ ਹੀ ਰੱਬ ਹਾਂ, ਕੋਈ ਰੱਬ ਰੁੱਬ ਨਹੀਂ ਹੈਗਾ। ਇਹ ਐਵੇਂ ਲੋਕਾਂ ਨੇ ਡਰਾਵਾ ਦਿੱਤਾ ਹੋਇਆ ਹਾਂਜੀ, ਪੇਟੂ ਮਨੁੱਖਾਂ ਨੇ ਰੱਬ ਦਾ ਢੌਂਗ ਰਚ ਕੇ ਆਪਣਾ ਢਿੱਡ ਭਰਦੇ ਆ, ਉਹ ਰੱਬ ਰੁੱਬ ਕੋਈ ਹੈ ਨਹੀਂ। ਬਹੁਤ ਹੱਸਿਆ ਜੀ ਤਾੜੀ ਮਾਰ ਕੇ। ਫਿਰ ਕਹਿਣ ਲੱਗਾ ਜੇ ਕੋਈ ਹੁੰਦਾ ਤੇ ਮੁਕਾਬਲੇ ਤੇ ਆਉਂਦਾ। ਉਹ ਹੁਣ ਤੀਰ ਚਲਾ ਰਿਹਾ, ਭਗਵਾਨ ਨੇ ਕਿਹਾ ਇਹਦਾ ਹੰਕਾਰ ਤੋੜਨਾ ਚਾਹੀਦਾ। ਜਿਹੜੇ ਉਹ ਤੀਰ ਚਲਾਉਂਦਾ ਸੀ, ਕੁਝ ਤੀਰ ਜਿਹੜੇ ਸੀ ਐਉਂ ਆਏ ਜਿਵੇਂ ਕਿਸੇ ਦੇ ਵੱਜੇ ਹੋਣ, ਖੂਨ ਨਾਲ ਲਿਬੜੇ ਹੋਏ ਹੋਣ। ਕਹਿੰਦੇ ਨੇ ਵੀ ਹੈਗਾ ਆ, ਜ਼ਖਮੀ ਹੋ ਗਿਆ। ਸੋ ਇਸ ਕਰਕੇ ਸਾਧ ਸੰਗਤ ਜੀ ਬੜੇ ਹੰਕਾਰ ਵਿੱਚ ਚੱਲਦਾ। ਉਸੇ ਵੇਲੇ ਆਕਾਸ਼ੀ ਤਲਵਾਰ ਆਈ। ਕਹਿਣ ਲੱਗੇ ਉਹ ਮੂਰਖਾ, ਰੱਬ ਜ਼ਖਮੀ ਹੋਣ ਵਾਲਾ ਨਹੀਂ, ਮਰਨ ਵਾਲਾ ਨਹੀਂ। ਇਹ ਆਕਾਸ਼ਬਾਣੀ ਕਰਕੇ ਉਹਦਾ ਜਿਹੜਾ ਸਿਰ ਸੀ ਤਲਵਾਰ ਉਡਾ ਕੇ ਲੈ ਗਈ। ਦੁਨੀਆ ਦੇ ਉੱਤੇ ਇਹੋ ਜਿਹੇ ਬੰਦੇ ਵੀ ਹੋਏ ਆ ਜਿਨ੍ਹਾਂ ਨੇ ਆਪਣੀ ਹੋਂਦ ਨੂੰ ਬਣਾ ਕੇ ਰੱਬ ਨਾਲ ਮੁਕਾਬਲਾ ਬੰਨੇ, ਪਰ ਰੱਬ ਨੇ ਉਹਨਾਂ ਦੀ ਹਉਮੈ ਨੂੰ ਕਿਵੇਂ ਤੋੜਿਆ। ਇਸ ਕਰਕੇ ਕਹਿੰਦੇ ਹੋਇਆ ਪਰਮੇਸ਼ਰ ਐਸਾ ਹੈ, ਉਹਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ ਹੈ। ਚਾਰ ਵੇਦ ਅਰ ਸਿਮਰਤ ਪੁਰਾਨਾ, ਚਾਰੇ ਵੇਦ 27 ਸਿਮਰਤੀਆਂ 18 ਪ੍ਰਾਣ ਜਿਹੜੇ ਸਨਾਤਨੀ ਮਤ ਦੇ ਗ੍ਰੰਥ ਆ। ਕਿਉਂਕਿ ਸਿਮਰਤ ਵੇਦ ਔਰ ਵੇਦ ਪੁਰਾਣ ਇਹ ਜਿੰਨੇ ਵੀ ਹੈਗੇ ਆ, 27 ਸਿਮਰਤੀਆਂ 18 ਪ੍ਰਾਣ ਆ, 4 ਵੇਦ ਆ, ਉਪਵੇਦ ਵੀ ਹੈਗੇ ਆ। ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਗ੍ਰੰਥ ਹਨ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਪੋਛੀਆਂ। ਕਿਉਂਕਿ ਨਾਮ ਤੋਂ ਬਿਨਾਂ ਸਾਰਾ ਕੂੜ ਪਸਾਰਾ ਹੀ ਹੈ। ਜਿੰਨੀਆਂ ਗੱਲਾਂ ਆ ਉਹ ਸਾਰੀਆਂ ਹੋਛੇਪਨ ਵਾਲੀਆਂ ਹਨ। ਤੇ ਜਿਹੜੇ ਗ੍ਰੰਥ ਵਿੱਚ ਪਰਮੇਸ਼ਰ ਦੇ ਨਾਮ ਦੀ ਉਸਤਤ ਆ, ਉਹ ਹੀ ਪੂਜਾ ਯੋਗ ਆ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਕਿਉਂ ਕਰਦੇ ਹਾਂ? ਇਹਦੇ 'ਚ ਨਾਮ ਤੋਂ ਸਿਵਾ ਦੂਜੀ ਗੱਲ ਹੀ ਨਹੀਂ। ਜਿਹੜੀਆਂ ਚੀਜ਼ਾਂ ਆਕਾਸ਼ ਵਿੱਚ ਆ, ਚੰਦ ਸੂਰਜ ਤਾਰੇ, ਧਰਤੀ ਤੇ ਨਹੀਂ, ਜਿਹੜੀਆਂ ਧਰਤੀ ਤੇ ਚੀਜ਼ਾਂ ਉਹ ਆਕਾਸ਼ ਵਿੱਚ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਕੁਝ ਮਿਲ ਜਾਊਗਾ, ਇੱਕ ਚੀਜ਼ ਨਹੀਂ ਮਿਲੂਗੀ। ਤੁਸੀਂ ਬੜੇ ਹੈਰਾਨ ਹੋਵੋਗੇ ਵੀ ਸਾਰਾ ਕੁਝ ਮਿਲ ਗਿਆ, ਇੱਕ ਚੀਜ਼ ਕਿਹੜੀ ਨਹੀਂ? ਇੱਕ ਓਂਕਾਰ ਤੋਂ ਲੈ ਕੇ 18 ਦਸਵੀਸ ਤੱਕ ਸੱਚ ਹੀ ਮਿਲੂਗਾ, ਝੂਠ ਨਹੀਂ ਮਿਲੂਗਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੱਚ ਮਿਲੇਗਾ, ਗੁਰੂ ਗ੍ਰੰਥ 'ਚ ਝੂਠ ਨਹੀਂ ਕਿਤੇ ਮਿਲੂਗਾ। ਤੇਰਾ ਸਤਨਾਮ ਪਰਮੇਸ਼ਰ। ਇਸੇ ਕਰਕੇ ਆਦਿ ਵਿੱਚ ਮਹਾਰਾਜ ਨੇ ਕਹਿ ਦਿੱਤਾ ਇੱਕ ਓੰਕਾਰ ਸਤਨਾਮ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸੱਚ ਸਰੂਪ ਹੈ। ਇਹ ਬਾਣੀ ਜਿਹੜੀ ਹੈ ਹਾਂਜੀ, ਇਹ ਸੱਚ ਦਾ ਹੀ ਸਰੂਪ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਹੇ ਕੋਈ ਦੇਵਤਿਆਂ ਦਾ ਰਾਜਾ ਇੰਦਰ ਆ, ਚਾਹੇ ਮਨੁੱਖਾਂ ਦਾ ਰਾਜਾ ਕੋਈ ਰਾਜਾ ਹੈ, ਤੇ ਕਿਸੇ ਨੇ ਵੀ ਤੇਰੇ ਮਰਮ ਭੇਦ ਨੂੰ ਨਹੀਂ ਜਾਣਿਆ। ਜਿਨ ਜਾਣਿਆ ਗੁਰੂ ਦੁਆਰਾ ਜਾਣਿਆ। ਕੁੰਭੇ ਬਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਹਾਂਜੀ, ਕਮਲਾ ਪਤ ਕਬਲਾ ਨਹੀਂ ਜਾਣਾ। ਕਹਿਣ ਲੱਗੇ ਜਿਹੜੀ ਲక్ష్ਮੀ ਆ ਉਹ ਭਗਵਾਨ ਵਿਸ਼ਨੂੰ ਦੇ ਘਰ ਵਾਲੀ ਹੈ। ਹਰ ਵੇਲੇ ਉਹਨਾਂ ਦੀ ਅਰਦਲ ਸੇਵਾ ਵਿੱਚ ਰਹਿੰਦੀ ਹੈ। ਹੁਣ ਭੇਦ ਜਾਣਿਆ ਹੋਏਗਾ। ਕਹਿੰਦੇ ਨਹੀਂ ਕਮਲਾ ਦਾ ਪਤੀ ਕੌਣ ਹੋ ਗਿਆ? ਵਿਸ਼ਨੂੰ। ਦੂਜਾ ਅੱਖਰ ਆ ਗਿਆ ਕਬਲਾ। ਕਹਿੰਦੇ ਉਹ ਜਿਹੜੀ ਲక్ష్ਮੀ ਸੀ ਉਸ ਨੇ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣਿਆ, ਬਲਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹ ਸਰਪਣੀ ਦੇ ਉੱਪਰ ਨਹੀਂ ਕੋ ਬਲੀਆ,
ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹ ਪਰਮੇਸ਼ਰ ਦੀ ਮਾਇਆ ਨੇ ਤੇ ਜਿਹੜੇ ਵੱਡੇ ਵੱਡੇ ਦੇਵਤੇ ਹਨ ਇਹਨਾਂ ਨੂੰ ਵੀ ਛਲ ਲਿਆ ਹੈ। ਇਸ ਕਰਕੇ ਉਹ ਪਰਮੇਸ਼ਰ ਜਿਹੜਾ ਉਹਦੇ ਭੇਦ ਨੂੰ ਜਾਣਨਾ ਬਹੁਤ ਔਖਾ ਹੈ। ਕਹਿ ਕਬੀਰ ਸੋ ਭਰਮੈ ਨਾਹੀ। ਭਗਤ ਜੀ ਕਹਿੰਦੇ ਆ ਦੁਨੀਆ ਦੇ ਮਾਇਆ ਦੇ ਦ੍ਰਿਸ਼ ਦੇਖ ਕੇ ਆਮ ਲੋਕ ਭਰਮ ਜਾਂਦੇ ਆ, ਪਰ ਸਾਧ ਜਿਹੜਾ ਪਰਮੇਸ਼ਰ ਹੈ ਉਹ ਭਰਮਦਾ ਨਹੀਂ। ਇੱਕ ਰਾਜਾ ਸੀ, ਉੱਥੇ ਬਾਜੀਗਰ ਆ ਗਿਆ। ਉਹ ਕਹਿਣ ਲੱਗਾ, ਰਾਜਾ ਤੂੰ ਆਪਣੀ ਬਾਜੀਗਰੀ ਵਿਦਿਆ ਤਾਂ ਦਿਖਾ। ਕਹਿੰਦਾ ਜੀ ਦਿਖਾ ਦਿੰਨੇ ਆ। ਉਹਦੇ ਘਰ ਵਾਲੀ ਨਾਲ ਸੀ ਨੱਠਣੀ। ਕਹਿੰਦਾ ਲਓ ਜੀ, ਆਕਾਸ਼ ਵਿੱਚ ਦੇਵਤਿਆਂ ਦਾ ਯੁੱਧ ਹੋ ਰਿਹਾ ਤੇ ਮੈਨੂੰ ਉਹਨਾਂ ਨੂੰ ਮਦਦ ਵਾਸਤੇ ਬੁਲਾਇਆ ਹੈ। ਆ ਮੇਰੀ ਇਸਤਰੀ ਹੈ, ਤੁਸੀਂ ਇਹਦੀ ਸੁਰੱਖਿਆ ਕਰਨੀ, ਇਹਦਾ ਪਰਵਿਸ਼ ਪਾਲਣਾ ਪੋਸ਼ਣ ਕਰਨਾ ਜੇ ਮੈਂ ਮਾਰਿਆ ਜਾਵਾਂ। ਰਾਜਾ ਕਹਿੰਦਾ ਠੀਕ ਆ। ਇੰਨੇ ਨੂੰ ਕੀ ਹੋਇਆ, ਆਕਾਸ਼ ਵਿੱਚ ਖੜੜ ਖੜ ਹੋਣ ਲੱਗ ਪਈ। ਇੱਕ ਡੋਰ ਉੱਤੋਂ ਆਕਾਸ਼ ਤੋਂ ਆਈ, ਉਹ ਬਾਜੀਗਰ ਉਹਦੇ ਵਿੱਚ ਚਲੇ ਗਿਆ ਤੇ ਅਲੋਪ ਹੋ ਗਿਆ। ਤੇ ਬੜਾ ਯੁੱਧ ਹੋ ਰਿਹਾ, ਜਿਵੇਂ ਤੋਪਾਂ ਗੋਲੇ ਖੜਕ ਰਹੇ ਆ, ਹਥਿਆਰ ਲੋਹੇ ਤੇ ਲੋਹਾ ਵੱਜ ਰਿਹਾ, ਖੜਕਾ ਹੋ ਰਿਹਾ, ਅੰਗ ਪਤੰਗ ਵੱਢ ਹੋ ਕੇ ਡਿੱਗ ਰਹੇ। ਬਾਜੀਗਰ ਦੇ ਵੀ ਲੱਤਾਂ ਵੀ, ਪੈਰ ਵੀ, ਬਾਹਾਂ ਵੀ, ਸਿਰ ਵੱਢ ਕੇ ਥੱਲੇ ਡਿੱਗ ਪਿਆ। ਉਹ ਨੱਟਣੀ ਕਹਿੰਦੀ ਮੇਰਾ ਪਤੀ ਹਾਂਜੀ ਮਾਰਿਆ ਗਿਆ ਤੇ ਮੈਂ ਇਹਦਾ ਸੰਸਕਾਰ ਤੇ ਨਾਲ ਮੈਂ ਪਤੀ ਵਰਤਾਂ, ਸਤੀ ਹੋਣਾ ਹੈ। ਰਾਜਾ ਕਹਿਣ ਲੱਗਾ ਕਿ ਉਹ ਮੈਨੂੰ ਕਹਿ ਗਿਆ ਕਿ ਇਹਦੀ ਸੁਰੱਖਿਆ ਪਾਲਣਾ ਪੋਸ਼ਣ ਤੁਸੀਂ ਕਰਨੀ। ਕਹਿੰਦੇ ਮਹਾਰਾਜ ਮੈਂ ਪਾਲਣ ਪੋਸ਼ਣ ਕਰਾਂ, ਜਦ ਮੇਰਾ ਪਤੀ ਮਾਰੇ ਗਿਆ ਮੈਂ ਤਾਂ ਪਤੀ ਵਰਤਾਂ ਨਾ ਸਤੀ ਹੋਣਾ। ਉਹਦੇ ਅੰਗ ਇਕੱਠੇ ਕੀਤੇ ਗਏ, ਚੀਖਾ ਚਿਣੀ, ਉਹਦੇ ਸੰਸਕਾਰ ਲਈ ਦਾਹ ਕਰਮ ਕਰਨ ਲਈ ਅਗਨ ਝੰਡਾ ਜਗਾਇਆ ਗਿਆ। ਉਹ ਨਟਣੀ ਨਾਲ ਸਤੀ ਹੋ ਗਈ। ਜਿਲੇ ਸਾਰਾ ਕੁਝ ਹੋਇਆ, ਸਵਾਸੂ ਚੱਕ ਕੇ ਪਰਵਾਹ ਕਰ ਦਿੱਤੀ। ਬਾਜੀਗਰ ਆ ਗਿਆ, ਰਾਜਨ ਦੀ ਰਾਜ ਤੁਮਾਰੀ ਜੈ ਹੋ। ਉਹ ਕਹਿੰਦੇ ਤੂੰ ਤਾਂ ਮਾਰਿਆ ਗਿਆ ਸੀ, ਕਿੱਥੇ ਆ ਗਿਆ? ਕਹਿੰਦੇ ਮੈਂ ਤਾਂ ਤੁਹਾਡੇ ਸਾਹਮਣੇ ਆ। ਮੇਰੀ ਇਸਤਰੀ ਦੇ ਉਹ ਕਿੱਥੇ ਆ? ਕਹਿੰਦੇ ਉਹ ਤਾਂ ਤੁਹਾਡੇ ਨਾਲ ਸਤੀ ਹੋ ਗਈ। ਕਹਿਣ ਲੱਗੇ ਉਹ ਕਿਵੇਂ ਸਤੀ ਹੋ ਗਈ, ਮੈਂ ਤਾਂ ਜਿੰਦਾ ਹਾਂ। ਕਹਿਣ ਲੱਗੇ ਇਹ ਕੀ ਸੀ? ਉਸੇ ਵੇਲੇ ਕਹਿੰਦੇ ਕਿੱਥੇ ਫੂਕੀ ਸੀ? ਕਹਿੰਦੇ ਇੱਥੇ। ਕਹਿੰਦੇ ਅਰੇ ਨਟਣੀ ਉਸੇ ਵੇਲੇ ਹਾਜ਼ਰ ਹੋ ਗਈ। ਕਹਿਣ ਲੱਗੇ ਇਹ ਕੀ ਸੀ? ਕਹਿੰਦੇ ਬਾਜੀਗਰੀ ਵਿਦਿਆ। ਕਹਿੰਦੇ ਇੱਕ ਬਾਜੀਗਰ ਦੀ ਵਿਦਿਆ ਦਾ ਅੰਤ ਨਹੀਂ ਤੇ ਪਰਮਾਤਮਾ ਦੀ ਮਾਇਆ ਦਾ ਅੰਤ ਕਿੱਥੋਂ ਆ ਜਾਊਗਾ? ਵਾਹਿਗੁਰੂ। ਬਾਜੀਗਰ ਦੀ ਮਾਇਆ ਦਾ ਅੰਤ ਨਹੀਂ ਆਉਂਦਾ ਤੇ ਪਰਮਾਤਮਾ ਦੀ ਮਾਇਆ ਦਾ ਅੰਤ ਕਿਵੇਂ ਆ ਜਾਏਗਾ? ਬਾਜੀਗਰ ਜੈਸੇ ਬਾਜੀ ਪਾਈ, ਇਸ ਤਰ੍ਹਾਂ ਸਾਧ ਸਿੰਘ ਸੰਸਾਰ ਨੇ ਅਸੀਂ ਬਾਜੀ ਪਾਈ ਹੋਈ ਹੈ। ਉਹਦੀ ਮਾਇਆ ਵਿੱਚ ਸੰਸਾਰੀ ਜੀਵ ਭਰਮਦੇ ਫਿਰਦੇ ਹੈ। ਕਬੀਰ ਸਾਹਿਬ ਕਹਿੰਦੇ ਜੀਤੇ ਗੁਰੂ ਦੀ ਕਿਰਪਾ ਹੁੰਦੀ ਸੋ ਛੂਟੈ, ਜਿਨ ਸਤਿਗੁਰ ਪਾਇਆ। ਫਿਰ ਪੜੋ ਜੀ। ਕਹਿ ਕਬੀਰ ਸੋ ਭਰਮੈ ਨਾਹੀ। ਕਬੀਰ ਸਾਹਿਬ ਜੀ ਸਤਿਗੁਰੂ ਦੀ ਬਾਣੀ ਦੁਆਰਾ ਕਹਿ ਰਹੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਉਹ ਗੁਰਮੁਖ ਪਿਆਰੇ ਨਹੀਂ ਭਰਮਦੇ ਹਨ। ਪੱਗ ਲੱਗ ਰਾਮ ਰਹਿ ਸਰਨਾਹੀ। ਜਿਹੜੇ ਗੁਰੂ ਦੇ ਚਰਨੀ ਲੱਗ ਕੇ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਨਾ, ਉਹ ਮਾਇਆ ਦੇ ਜਾਲ ਨੂੰ ਤੋੜ ਦਿੰਦੇ ਆ। ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਣ ਵਾਲੇ ਬੈਠੇ ਸੀ। ਇੱਕ ਸੀਤਲਗਰ ਸਾਧੂ ਆ ਗਿਆ। ਸਿਆਲ ਦਾ ਮਹੀਨਾ ਸੀ। ਸੰਤਾਂ ਨੇ ਕੰਬਲੀ ਦੀ ਬੁੱਕਲ ਮਾਰੀ ਹੋਈ ਸੀ। ਮਨ 'ਚ ਫੁਰਨਾ ਬਣ ਗਿਆ ਕਿ ਸੰਤ ਜੇ ਜਾਣੀ ਜਾਣਿਆ ਠੰਡ ਬੜੀ ਹੈ, ਮੈਨੂੰ ਕੰਬਲੀ ਦੇ ਦੇਣ। ਦੂਜਾ ਫੁਰਨਾ ਇਹ ਬਣ ਗਿਆ ਕਿ ਜਿਹੜਾ ਬ੍ਰਹਮ ਗਿਆਨੀ ਆ ਉਹ ਮਾਇਆ ਤੋਂ ਨਿਰਲੇਪ ਕਿਵੇਂ ਰਹਿੰਦਾ? ਬਾਕੀ ਤਾਂ ਮਾਇਆ ਸਾਰਿਆਂ ਨੂੰ ਛਲ ਛੁੜ ਲੈਂਦੀ ਹੈ, ਉਹ ਕਿਵੇਂ ਬਚਦਾ ਹੈ? ਜਿਲੇ ਆਇਆ ਸੰਤਾਂ ਨੇ ਕੰਬਲੀ ਲਾ ਕੇ ਫੜਾਈ, ਲਾਓ ਸੰਤ ਜੀ ਠੰਡ ਬੜੀ ਆ, ਕੰਬਲੀ ਲੈ ਲਓ। ਨਹੀਂ ਮਹਾਰਾਜ ਇਹ ਤੁਸੀਂ ਰੱਖੋ, ਠੰਡ ਤਾਂ ਆਪ ਜੀ ਨੂੰ ਵੀ ਲੱਗੇਗੀ। ਕਹਿਣ ਲੱਗੇ ਨਾਏ ਸਾਧਾ ਮੰਗੀ ਜਾਣਾ, ਨਾਏ ਤਿਆਗੀ ਬਣਦਾ। ਕਹਿੰਦੇ ਜਿਵੇਂ ਅਸੀਂ ਕੰਬਲੀ ਲਾ ਕੇ ਫੜਾਤੀ ਨਾ, ਬ੍ਰਹਮ ਗਿਆਨੀ ਇਉਂ ਮਾਇਆ ਲਾ ਕੇ ਪਰੇ ਕਰ ਦਿੰਦਾ ਹੁੰਦਾ। ਇੱਕ ਤੀਰ ਨਾਲ ਦੋ ਨਿਸ਼ਾਨੇ ਸਿੱਧ ਕਰ ਦਿੱਤੇ। ਇਸ ਕਰਕੇ ਜਿਹੜਾ ਗਿਆਨਵਾਨ ਹੈ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲਾ ਲੇਪ। ਇਸ ਕਰਕੇ ਪਿਆਰਿਓ ਉਹ ਨਹੀਂ ਭਰਮਦਾ ਜਿਹਨੂੰ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ। ਜਦੋਂ ਗੁਰੂ ਦੇ ਚਰਨਾਂ ਨੂੰ ਅਸੀਂ ਟੁੱਟਦੇ ਹਾਂ ਤੇ ਮਾਇਆ ਫਿਰ ਆਪਣੀ ਛਾਲਾ ਨਾਲ ਛੱਡ ਲੈਂਦੀ ਹੈ। ਤੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਪ੍ਰੀਤੀ ਧਾਰੀ ਹੋਈ ਹੈ, ਬੰਦ ਬੰਦ ਕਟਿਆ ਜਾਏ, ਆਰੇ ਫਿਰ ਜਾਣ, ਲੋਗੜ ਬਣ ਕੇ ਸੰਸਕਾਰ ਕੀਤਾ ਜਾਏ, ਖੋਪਰੀਆਂ ਲਾ ਦਿੱਤੀਆਂ ਜਾਣ, ਚਰਖੜੀਆਂ ਦੇ ਤੁੰਬੇ ਤੁੰਬੇ ਹੋ ਜਾਣ,
ਤੇ ਉਹ ਗੁਰਸਿੱਖ ਫੇਰ ਵੀ ਦੁਨੀਆ ਦੇ ਕਿਸੇ ਪ੍ਰਲੋਭਨ ਵਿੱਚ ਫਸਦੇ ਨਹੀਂ। ਇਹ ਪੜ੍ਹਦੇ ਆ, ਧਨ ਘੜੀ ਤਨ ਚਰ ਖੜੀ, ਧਨ ਅਦਲ ਤੁਮਾਰਾ, ਧਰਮ ਹੇਤ ਸਿਰ ਬਾਰਨ, ਇਹ ਗੁਰ ਕਹੇ ਹਮਾਰਾ। ਉਹ ਸੂਬਿਆ ਤੇਰੀ ਇਹ ਚਰ ਖੜੀ ਵੀ ਧਨ ਆ, ਇਹ ਘੜੀਆਂ ਵੀ ਧਨ ਆ ਕਿ ਨਿਰਦੋਸ਼ੀਆਂ ਉੱਤੇ ਇੰਨੇ ਜ਼ੁਲਮ ਕਰ ਰਹੇ ਆ। ਕਹਿੰਦੇ ਤੁਸੀਂ ਕਿਹੜੀਆਂ ਚੀਜ਼ਾਂ ਨਾਲ ਸਾਨੂੰ ਜੜ ਚੇਤਨ ਮਾਇਆ ਨਾਲ ਭਰਮਾਉਣਾ ਚਾਹੁੰਦੇ ਆ। ਅਸੀਂ ਗੁਰੂ ਚਰਨਾਂ ਨਾਲ ਜੁੜ ਕੇ ਆਤਮਾ ਗਿਆਨ ਦੀ ਅਵਸਥਾ ਪ੍ਰਾਪਤ ਕਰ ਚੁੱਕੇ ਹਾਂ। ਦੁਨੀਆ ਦੀ ਕੋਈ ਚੀਜ਼ ਸਾਨੂੰ ਭਰਮਾ ਨਹੀਂ ਸਕਦੀ। ਧਨ ਘੜੀ ਧਨ ਚਰ ਖੜੀ, ਧਨ ਅਦਲ ਤੁਹਾਡਾ ਇਨਸਾਫ, ਇਹ ਵੀ ਧਨ ਆ ਕਿ ਨਿਰਦੋਸ਼ੀਆਂ ਤੇ ਇੰਨਾ ਜ਼ੁਲਮ। ਕਹਿਣ ਲੱਗੇ ਧਰਮ ਹੇਤ ਸਿਰ ਵਾਰਨਾ, ਅਸੀਂ ਧਰਮ ਤੇ ਆਪਣਾ ਸਿਰ ਵਾਰਨਾ ਜਾਣਦੇ ਹਾਂ। ਇਹ ਗੁਰ ਕਹੇ ਹਮਾਰਾ, ਇਹ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ। ਉਹਦੇ ਤੇ ਫੁੱਲ ਚੜਾ ਕੇ ਦੇਖ ਲਓ, ਤੁੰਬੇ ਤੁੰਬੇ ਹੋ ਜਾਂਦੇ ਆ, ਡੋਲਦੇ ਨਹੀਂ। ਬੰਦਾ ਬਹਾਦਰ ਦਿਲੇ ਜਬੂਰਾਂ ਨਾਲ ਮਾਸ ਨੋਚਦੇ ਆ, ਤੱਤੇ ਸਰੀਏ। ਕਹਿੰਦੇ ਦੁੱਖ ਨਹੀਂ ਲੱਗਦਾ। ਕਹਿੰਦੇ ਮੈਂ ਸ਼ਬਦ ਨਾਲ ਜੁੜਿਆ, ਮੈਨੂੰ ਬੁਲਾਓ ਨਾ, ਤੁਸੀਂ ਆਪਣਾ ਕੰਮ ਕਰੀ ਚਲੋ। ਕਹਿੰਦੇ ਜਿਵੇਂ ਇੱਕ ਚੂਨੇ ਗਹਿਗਾ ਚ ਮਕਾਨ ਹੋਵੇ, ਬਾਹਰ ਨੇੜੀ ਗੜੇ ਪੈਣ, ਅੰਦਰ ਬੈਠੇ ਨੂੰ ਕੋਈ ਤਕਲੀਫ ਹੈ? ਕਹਿੰਦੇ ਨਹੀਂ। ਕਹਿੰਦੇ ਸਰੀਰ ਤੱਕ ਆਤਮਾ ਦਾ ਕੋਠਾ ਹੈ, ਆਤਮਾ ਦਾ। ਤੇ ਜਿਹੜੇ ਪੁੱਤ ਦਾ ਕਾਲਜਾ ਮੂੰਹ ਧੁੰਨਦੇ ਆ, ਕਹਿੰਦੇ ਜਿਸ ਵੇਲੇ ਕਿਸੇ ਨੇ ਕੰਨਿਆਂ ਦੇਣੀ ਹੋਵੇ ਮੂੰਹ ਨੂੰ ਛੁਹਾਰਾ ਲਾਉਂਦੇ ਆ, ਇਹ ਜਿੱਤ ਸਾਡੀ ਹੈ। ਆਂਦਰਾਂ ਟੋਕ ਕੇ ਗਲ ਚ ਪਾਈਆਂ, ਕਹਿੰਦੇ ਇਹ ਖਾਲਸੇ ਦੀ ਬੇਜੇ ਦੀ ਤੁਸੀਂ ਮੇਰੇ ਗਲ ਚ ਜੈਮਾਲਾ ਪਾ ਰਹੇ ਹੋ। ਇਹ ਤਾਂ ਸਿੰਘਾਂ ਦੇ ਜੀਵਨ, ਖਾਲਸਿਆਂ ਦੇ। ਪਰ ਗੁਰੂ ਦਾ ਇਤਿਹਾਸ ਪੜ੍ਹੀਏ, ਬਾਣੀ ਨਾਲ ਜੁੜੀਏ, ਬਾਣੇ ਨਾਲ, ਸਿਮਰਨ ਨਾਲ, ਸਤਸੰਗ ਨਾਲ। ਸੋ ਇਸ ਕਰਕੇ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ। ਸਮਾਂ ਥੋੜ੍ਹੇ ਦਿਨਾਂ ਦਾ ਸੀ, ਪ੍ਰਬੰਧਕਾਂ ਦਾ ਵੀ ਹਰ ਜਗ੍ਹਾ, ਸੰਗਤ ਦਾ ਵੀ ਪਿਆਰ ਬਹੁਤ ਹੈ। ਮੈਂ ਤੁਹਾਨੂੰ ਸਾਰਿਆਂ ਤੋਂ ਮਾਫੀ ਮੰਗਦਾ ਕਿ ਆਪ ਜੀ ਨੂੰ ਜ਼ਿਆਦਾ ਸਮਾਂ ਨਹੀਂ ਦੇ ਸਕਿਆ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਨਿਵਾਸ ਕਰਨ। ਅਖੀਰ ਆਈ ਹੋਈ ਸੰਗਤ ਦਾ ਔਰ ਪ੍ਰਬੰਧਕਾਂ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮ ਔਰ ਮਿਹਰ ਕਰਨ। ਸਾਨੂੰ ਸਭ ਨੂੰ ਨਾਮਦਾਨ, ਸਿੱਖੀ, ਸਿਦਕ, ਭਰੋਸਾ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ, ਪਾਕ, ਚੜ੍ਹਦੀ ਕਲਾ, ਪਿਆਰ ਬਖਸ਼ਿਸ਼ ਕਰਨ। ਆਖਰੀ ਪੰਕਤੀਆਂ ਪੜ੍ਹੋ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿਵੇਂ ਮਿਹਰ ਕੀਤੀ ਹੈ, ਇਵੇਂ ਮਿਹਰ ਬਣਾਈ ਰੱਖਣ। ਆਪ ਜੀ ਜੋ 5 ਨਵੰਬਰ ਨੂੰ ਗੁਰਤਾ ਗੱਦੀ ਗੁਰਪੁਰਬ ਬੜੀ ਧੂਮਧਾਮ ਨਾਲ ਮਨਾ ਰਹੇ ਹੋ, ਸਤਿਗੁਰ ਸੱਚੇ ਪਾਤਸ਼ਾਹ ਪ੍ਰਬੰਧਕਾਂ ਨੂੰ ਵੀ, ਸੰਗਤਾਂ ਨੂੰ ਵੀ ਹੋਰ ਉਤਸ਼ਾਹ ਦੇਣ, ਤਾਂ ਜੋ ਚੜ੍ਹਦੀ ਕਲਾ ਵਿੱਚ ਸਾਰੇ ਸਮਾਗਮ ਕਰਕੇ ਗੁਰੂ ਖਾਲਸਾ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰਨਾਹੀ। ਇੰਨੀਆਂ ਬੇਨਤੀਆਂ ਤੋਂ ਆਪ ਜੀ ਦਾ ਫੇਰ ਬਹੁਤ ਬਹੁਤ ਧੰਨਵਾਦ। ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਪੰਥ ਨੂੰ ਚੜ੍ਹਦੀ ਕਲਾ ਬਖਸ਼ਦੇ ਰਹਿਣ, ਕਿਰਪਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਗੁਰੂ ਘਰ ਦੇ ਵਿੱਚ ਆ ਕੇ ਆਪ ਸੰਗਤਾਂ ਦੇ ਨਾਲ ਕਥਾ ਵਿਚਾਰ ਦੇ ਨਾਲ ਸਾਂਝ ਪਾਈ। ਦਾਸ ਬੇਨਤੀ ਕਰਦਾ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸੰਤ ਜੀ ਨੂੰ ਸਰੋਪਾਓ ਭੇਂਟ ਕਰਨਗੇ। ਨਾਲ ਹੀ ਦਾਸ ਬੇਨਤੀ ਕਰਦਾ ਭਾਈ ਸਾਹਿਬ ਭਾਈ ਤਰਸੀਮ ਸਿੰਘ ਜੀ, ਉਹ ਵੀ ਨਾਲ ਬਾਬਾ ਜੀ ਦੇ ਵਾਹਿਗੁਰੂ ਦੇ ਸਨਮੁਖ ਆ ਜਾਓ ਜੀ। ਦਾਸ ਬੇਨਤੀ ਕਰਦਾ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੂੰ, ਬਾਬਾ ਜੀ ਸਟੇਜ ਦੇ ਉੱਤੇ ਆ ਕੇ ਸਰੂਪਾ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ।
ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। निर्गुण राख लिया संतन का सदका, सतगुर ढाक लिया मोहे पापी परदा। प्रेम पटोला तैं सह दिता, ढकुण कूपत मेरी। साध संगत जी सिर पाओ, ਜਿਹੜਾ ਸਿਰ ਤੋਂ ਪੈਰਾਂ ਤੇ ਕਿਸੇ ਦੇ ਪੜਦੇ ਕੱਜੇ, ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਆ, ਜਿਸ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜ਼ਿਲ੍ਹੇ ਕਸ਼ਮੀਰੀ ਪੰਡਤਾਂ ਤੇ ਬਿਵਤਾ ਬਣੀ, ਹਿੰਦ ਦੀ ਚਾਦਰ ਬਣ ਕੇ ਸਭ ਦੇ ਪੜਦੇ ਕੱਜੇ। ਇਹ ਸੱਚੇ ਪਾਤਸ਼ਾਹ ਦਾ ਘਰ ਆ, ਜਿਹੜਾ ਸਾਰਿਆਂ ਦੇ ਪੜਦੇ ਕੱਜਦਾ ਹੈ। ਆਪ ਜੀ ਪ੍ਰਬੰਧਕਾਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ